ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਉ ਬੁਲਾਵੇਂ ਤਿਉ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਮੇਲ ਲੈਹੋ ਦਇਆਲ, ਟਹਿ ਪਏ ਦੁਆਰਿਆ। ਰੱਖ ਲੇਵੋ ਦੀਨ ਦਇਆਲ, ਭ੍ਰਮਤ ਬਹੁ ਹਾਰਿਆ। ਰੱਖ ਲੇਵੋ ਦੀਨ ਦਇਆਲ, ਭ੍ਰਮਤ ਬਹੁ ਹਾਰਿਆ। ਦਸਾਂ ਹੀ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਸਤਿਗੁਰੂ ਜੀ ਦੇ ਪਾਵਨ ਸਥਾਨਾਂ ਦੇ ਦਰਸ਼ਨ ਦਿਦਾਰੇ ਕਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰ ਨਾਨਕ ਪ੍ਰਕਾਸ਼ ਉੱਤਰਾਰਧ ਭਾਗ ਦੂਜਾ ਦੇ ਵਿੱਚੋਂ ਆਪ ਸੰਗਤਾਂ 46 ਨੰਬਰ ਅਧਿਆਏ ਦੀ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਹੋ, ਜਿਸ ਦਾ ਵਿਸ਼ਾ ਹੈ ਭਾਈ ਬੁੱਢਾ ਜੀ ਨਾਲ ਮਿਲਾਪ ਅਤੇ ਭਾਈ ਬਾਲਾ ਜੀ ਦਾ ਪਰਲੋਕ ਸਿਧਾਰਨਾ। ਬੂੜਾ ਨਾਮ ਦਾ ਬਾਲਕ ਬੱਕਰੀਆਂ ਚਰਾ ਰਿਹਾ ਸੀ। ਗੁਰੂ ਜੀ ਨਾਲ ਜਦ ਉਸ ਦੀ ਗੱਲਬਾਤ ਹੋਈ ਤਾਂ ਉਸ ਦੇ ਵਾਰਤਾਲਾਪ ਸੁਭਾਅ ਅਤੇ ਚੰਗੇ ਤਰੀਕੇ ਨੂੰ ਵੇਖ ਕੇ ਗੁਰੂ ਜੀ ਦੇ ਮੂੰਹੋਂ ਨਿਕਲ ਗਿਆ ਕਿ ਤੂੰ ਤਾਂ ਬਈ ਬੁੱਢਿਆਂ ਵਰਗੀਆਂ ਗੱਲਾਂ ਕਰਦਾ ਹੈ। ਤਾਂ ਉਸ ਦਿਨ ਤੋਂ ਹੀ ਉਸ ਬਾਲਕ ਦਾ ਨਾਮ ਬੁੱਢਾ ਪੈ ਗਿਆ ਸੀ। ਗੁਰੂ ਜੀ ਦੇ ਦਰਸ਼ਨ ਕਰਕੇ ਉਸ ਦਾ ਗਿਆਨ ਪ੍ਰਾਪਤੀ ਦਾ ਮਾਰਗ ਖੁੱਲ੍ਹ ਗਿਆ ਸੀ। ਉਸ ਦੀ ਮਾਨਸਿਕਤਾ ਦੂਈ ਦਵੈਤ ਤੋਂ ਰਹਿਤ ਹੋ ਗਈ ਸੀ। ਫਿਰ ਗੁਰੂ ਜੀ ਕਰਤਾਰਪੁਰ ਆ ਗਏ ਸਨ ਤੇ ਮਾਤਾ ਸੁਲੱਖਣੀ ਜੀ ਦੇ ਕਹਿਣ 'ਤੇ ਫਿਰ ਕਰਤਾਰਪੁਰ ਹੀ ਟਿਕੇ ਰਹੇ। ਬਾਲਾ ਉੱਥੋਂ ਆਪਣੇ ਪਿੰਡ ਤਲਵੰਡੀ ਚੱਲ ਆਇਆ ਸੀ। ਜਦ ਬਾਲੇ ਨੂੰ ਪਤਾ ਚੱਲਿਆ ਕਿ ਗੁਰਗੱਦੀ ਉੱਪਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਬਿਰਾਜਮਾਨ ਹੋਏ ਹਨ
ਤਾਂ ਉਹ ਦਰਸ਼ਨਾਂ ਲਈ ਖਡੂਰ ਸਾਹਿਬ ਆਇਆ ਸੀ। ਉੱਥੇ ਬਾਲਾ ਜੀ ਨੇ ਗੁਰੂ ਜੀ ਦਾ ਸਾਰਾ ਜੀਵਨ ਇਤਿਹਾਸ ਸੁਣਾ ਕੇ ਦੱਸਿਆ। ਜਦੋਂ ਬਾਲੇ ਨੇ ਗੁਰੂ ਜੀ ਤੋਂ ਵਾਪਸ ਜਾਣ ਦੀ ਆਗਿਆ ਮੰਗੀ ਤਾਂ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਸੀ ਕਿ ਤੇਰੀ ਸਿਰਫ 2 ਮਹੀਨੇ ਉਮਰ ਬਾਕੀ ਹੈ। ਉਹ ਖਡੂਰ ਹੀ ਰਹੇ ਤਾਂ ਗੁਰੂ ਜੀ ਪਾਸ ਹੀ ਰਹਿ ਪਿਆ ਸੀ। ਫਿਰ ਬਾਲੇ ਦਾ ਆਖਰੀ ਦਿਨ ਆ ਗਿਆ, ਉਹ ਪਰਲੋਕ ਸਿਧਾਰ ਗਿਆ। ਗੁਰੂ ਅੰਗਦ ਜੀ ਨੇ ਮ੍ਰਿਤਕ ਦੇਹ ਨੂੰ ਆਪਣੇ ਹੱਥੀਂ ਅਗਨ ਭੇਟ ਕਰਕੇ ਬਾਲੇ ਦਾ ਸੰਸਕਾਰ ਕੀਤਾ। ਬਾਲਾ ਜੀ ਇਸ ਤਰ੍ਹਾਂ ਮੁਕਤੀ ਨੂੰ ਪ੍ਰਾਪਤ ਹੋ ਕੇ ਸੱਚਖੰਡ ਜਾ ਪਹੁੰਚੇ। ਇਸ ਅਧਿਆਇ ਦੇ ਵਿੱਚ ਆਪ ਸੰਗਤਾਂ ਨੇ ਇਹ ਕਥਾ ਦਾ ਕੁਝ ਹਿੱਸਾ ਸਰਵਣ ਕੀਤਾ ਹੈ। ਇਸ ਤੋਂ ਅਗਲੀਆਂ ਜੋ ਸਾਧ ਸੰਗਤ ਜੀ ਵਿਚਾਰਾਂ ਹਨ ਉਹ ਸਰਵਣ ਕਰੀਏ। ਦੋਹਰਾ ਤੁਮਰੋ ਮੁਖ ਰੰਕਾ ਸ਼ਸ਼ੀ, ਸੁਦਾ ਗਿਰਾ ਸਮ ਪਾਏ, ਸਿੱਖ ਬਿੰਦਾਰਕ ਪੀਵਹੀ, ਨਿਤ ਪ੍ਰਤ ਨਹੀਂ ਅਘਾਏ। ਤੇ ਇਸ ਤਰ੍ਹਾਂ ਬਚਨ ਕੀਤਾ ਬਹੁਤ ਪਿਆਰ ਨਾਲ। ਤੇਰਾ ਮੂੰਹ ਪੂਰਨਮਾਸ਼ੀ ਦਾ ਚੰਦਰਮਾ ਹੈ ਤੇ ਬਾਣੀ ਅੰਮ੍ਰਿਤ ਰੂਪ ਪ੍ਰੇਮ ਵਾਲੀ ਹੈ। ਇਸ ਨੂੰ ਸਿੱਖ ਰੂਪੀ ਦੇਵਤੇ ਪੀਵਣਗੇ ਤੇ ਕਦੇ ਵੀ ਰੱਜਣਗੇ ਨਹੀਂ। ਜਦੋਂ ਤੁਸੀਂ ਇਹ ਮਹਾਨ ਕਥਾ ਵਿਚਾਰ ਬਚਨ ਸੰਗਤਾਂ ਨੂੰ ਸੁਣਾਇਆ ਕਰੋਗੇ, ਸੰਗਤਾਂ ਬਹੁਤ ਆਨੰਦ ਮਾਣਿਆ ਕਰਨਗੀਆਂ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਬਚਨ ਹੋਇਆ। ਚੌਪਈ ਇਸ ਕੀ ਮਹਿਮਾ ਕਹੀ ਨਾ ਜਾਏ, ਸੁਨ ਕੇ 4 ਪਦਾਰਥ ਪਾਏ। ਇਸ ਬਾਣੀ ਕਥਾ ਦੀ ਮਹਿਮਾ ਬਿਆਨੀ ਨਹੀਂ ਜਾ ਸਕਦੀ। ਇਸ ਨੂੰ ਸੁਣਨ ਨਾਲ 4 ਪਦਾਰਥ ਪ੍ਰਾਪਤ ਹੋਣਗੇ। ਧਰਮ, ਅਰਥ, ਕਾਮ, ਮੋਖ। 4 ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜਿਹੜੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜਦੇ ਨੇ, ਵਾਹਿਗੁਰੂ ਜੀ ਦਾ ਜਸ ਕਰਦੇ, ਵਾਹਿਗੁਰੂ ਜੀ ਦੀਆਂ ਵਡਿਆਈਆਂ ਕਰਦੇ ਨੇ, ਉਹਨਾਂ ਦੀ ਝੋਲੀ ਵਿੱਚ ਸਤਿਗੁਰੂ ਜੀ ਸਾਰੀਆਂ ਹੀ ਦਾਤਾਂ ਪਾ ਦਿੰਦੇ ਨੇ। ਨਹੀਂ ਅਲੱਭ ਵਸਤ ਹਵੈ ਕੋਈ, ਜਿਉ ਪਾਰਸ ਧਨ ਤੋਟ ਨਾ ਹੋਈ। ਕੋਈ ਐਸੀ ਵਸਤੂ ਨਹੀਂ ਜੋ ਪ੍ਰਾਪਤ ਨਾ ਕੀਤੀ ਜਾ ਸਕੇ। ਜਿਵੇਂ ਇੱਕ ਕਿਹਾ ਜਾਂਦਾ, ਮੰਨਿਆ ਜਾਂਦਾ ਪੱਥਰ ਹੈ ਜਿਹਨੂੰ ਲੋਕੀ ਪਾਰਸ ਕਹਿੰਦੇ ਨੇ। ਪਾਰਸ ਦੇ ਕੋਲ ਹੁੰਦਿਆਂ ਕਿਸੇ ਧਨ ਦੀ ਤੋਟ ਨਹੀਂ ਆਇਆ ਕਰਦੀ, ਇਸ ਤਰ੍ਹਾਂ ਮੰਨਿਆ ਜਾਂਦਾ ਹੈ। ਪਰ ਉਪਕਾਰ ਕੀਓ ਜਗਪੁਰ ਤੁਮ, ਮਹਿਮਾ ਅਪਰ ਨ ਕੋ ਇਸ ਕੇ ਸਮ। ਤੂੰ ਬਾਲੇ ਇਸ ਸੰਸਾਰ ਉੱਤੇ ਬਹੁਤ ਉਪਕਾਰ ਕੀਤਾ ਹੈ। ਇਸ ਕਥਾ ਦੇ ਬਰਾਬਰ ਹੋਰ ਕਿਸੇ ਦੀ ਇਤਨੀ ਮਹਿਮਾ ਨਹੀਂ ਹੋਵੇਗੀ ਜਿਹੜੀ ਤੁਸੀਂ ਇਹ ਸੰਗਤਾਂ ਨੂੰ ਕਥਾ ਸੁਣਾਈ ਹੈ। ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਾਇਆ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਸੁਣਾਇਆ ਹੈ। ਇਸ ਤੋਂ ਵੱਡੀ ਬਾਤ ਹੋਰ ਕਿਹੜੀ ਹੋ ਸਕਦੀ ਹੈ। ਇਹ ਤੁਸੀਂ ਬਹੁਤ ਪਰਉਪਕਾਰ ਕੀਤਾ ਹੈ। ਸੁਨੈ ਪੜ੍ਹੈ ਹਿਤ ਕਰ ਪੁਨ ਸੁਨਹਿ, ਪ੍ਰੀਤ ਕਰਹਿ ਸ਼੍ਰੀ ਗੁਰ ਗੁਣ ਗੁਣੈ। ਜੋ ਇਸ ਨੂੰ ਸੁਣੇਗਾ, ਪੜ੍ਹੇਗਾ ਅਤੇ ਫਿਰ ਪ੍ਰੀਤ ਸਹਿਤ ਸੁਣ ਕੇ
ਗੁਰੂ ਨਾਨਕ ਸਾਹਿਬ ਜੀ ਦੇ ਗੁਣਾਂ ਨੂੰ ਵਿਚਾਰੇਗਾ, ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹੇਗਾ, ਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹੇ ਵਿਚਾਰੇਗਾ, ਉਹਨੂੰ ਕੀ ਲਾਭ ਹੋਣਗੇ? ਕਲੁਖ ਵਿਪੁਲ ਬਿਕਲਾਹਿ ਪਲਾਹੀ, ਨਿਸ਼ਚਾ ਧਰੇ ਸ਼ਾਂਤ ਹੋਵੇ ਆਹੀ। ਜਿਹੜੇ ਗੁਰੂ ਜੀ ਦਾ ਜਸ ਕਰਨਗੇ, ਜਿਹੜੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਪਿਆਰ ਨਾਲ ਪੜ੍ਹਨਗੇ, ਸੁਣਨਗੇ, ਉਹਨਾਂ ਦੇ ਸਾਰੇ ਪਾਪ ਹੀ ਘਬਰਾ ਕੇ ਨੱਸ ਜਾਣਗੇ। ਜੋ ਇਸ ਉੱਤੇ ਨਿਸ਼ਚੇ ਧਾਰ ਲਵੇਗਾ, ਜਿਹਨੂੰ ਗੁਰੂ ਦੀ ਸਿੱਖਿਆ ਦੇ ਉੱਤੇ ਵਿਸ਼ਵਾਸ ਆ ਜਾਏਗਾ, ਉਹਨਾਂ ਦੇ ਮਨਾਂ ਨੂੰ ਸ਼ਾਂਤੀ ਮਿਲੇਗੀ ਸਮਝਣ ਨਾਲ। ਜਦੋਂ ਕਿ ਬਹੁਤ ਪਿਆਰ ਨਾਲ ਗੁਰਬਾਣੀ ਇਤਿਹਾਸ ਧਿਆਨ ਨਾਲ ਸੁਣਦਾ, ਫਿਰ ਉਸ ਨੂੰ ਮੰਨਦਾ, ਆਪਣੀ ਜ਼ਿੰਦਗੀ 'ਚ ਗੁਰੂ ਸਾਹਿਬ ਦੇ ਉਪਦੇਸ਼ ਵਸਾਉਂਦਾ ਹੈ, ਉਹਦੇ ਹਿਰਦੇ ਵਿੱਚ ਫਿਰ ਸ਼ਾਂਤੀ ਪੈਦਾ ਹੋ ਜਾਂਦੀ ਆ। ਸਾਰੀਆਂ ਚਿੰਤਾਵਾਂ, ਪਰੇਸ਼ਾਨੀਆਂ, ਚਿੰਤਾ, ਝੋਰੇ, ਟੈਨਸ਼ਨ, ਜੋ ਸਾਰਾ ਮਨ ਦਾ ਖਿੰਡਾਓ ਦੂਰ ਹੋ ਜਾਂਦਾ। ਮਨ ਦੇ ਵਿੱਚ ਇੱਕ ਆਨੰਦ ਪੈਦਾ ਹੋਣ ਲੱਗ ਜਾਂਦਾ। ਪਰ ਇਹ ਹੁਣ ਉਹੀ ਜਾਣ ਸਕਦੇ ਜਿਹੜੇ ਗੁਰੂ ਦੀਆਂ ਵਡਿਆਈਆਂ ਕਰਦੇ ਨੇ। ਜਿਨ੍ਹਾਂ ਵਿਚਾਰਿਆਂ ਨੇ ਕਦੇ ਮੂਲ ਮੰਤਰ ਦੇ ਅਰਥ ਹੀ ਨਹੀਂ ਸਮਝੇ ਜਪਜੀ ਸਾਹਿਬ ਦੇ, ਉਹਨਾਂ ਨੂੰ ਕੀ ਪਤਾ ਵੀ ਕੀ ਮਨ ਦੀ ਸ਼ਾਂਤੀ ਦੇ ਕੀ ਆਨੰਦ, ਉਹ ਨਹੀਂ ਜਾਣ ਸਕਦੇ ਹਨ। ਗੂੰਗੇ ਕੀ ਮਠਿਆਈ, ਗੂੰਗੇ ਜਿਉਂ ਸੁਠੋਰ ਰਸ ਖਾਇਆ, ਪੁੱਛੇ ਤੇ ਕਿਆ ਕਹੀਐ, ਇਸ ਤਰ੍ਹਾਂ ਦੇ ਬਚਨ ਨੇ। ਗੁਰੂ ਸਾਹਿਬ ਬਚਨ ਕਰਦੇ ਵੀ ਜਿਵੇਂ ਕੋਈ ਬੰਦਾ ਗੂੰਗਾ ਹੋਵੇ, ਉਹਨੂੰ ਕੋਈ ਬਹੁਤ ਵਧੀਆ ਪਦਾਰਥ, ਕੋਈ ਚੀਜ਼, ਕੋਈ ਮਠਿਆਈ ਆਦਿ ਖਵਾ ਦਈਏ, ਫਿਰ ਉਹਨੂੰ ਪੁੱਛੀਏ ਵੀ ਇਹਦੇ ਵਿੱਚੋਂ ਤੈਨੂੰ ਕਿੰਨਾ ਕੁ ਆਨੰਦ ਆਇਆ, ਉਹ ਜਿਹੜਾ ਗੂੰਗਾ ਬੰਦਾ ਉਹਨੇ ਵਿਚਾਰੇ ਨੇ ਕੀ ਦੱਸਣਾ। ਤਾਂ ਕਰਕੇ ਇਹਦੇ ਵਿੱਚੋਂ ਜਿਹੜਾ ਆਨੰਦ ਆਉਂਦਾ ਨਾ ਗੁਰੂ ਦੀ ਵਡਿਆਈ ਕਰਨ ਵਿੱਚੋਂ, ਜਿਹੜੇ ਵਡਿਆਈਆਂ ਕਰਦੇ ਨੇ ਇਹ ਉਹਨਾਂ ਨੂੰ ਹੀ ਪਤਾ ਵੀ ਇਹਦੇ ਵਿੱਚ ਕਿੰਨਾ ਆਨੰਦ ਹੈ। ਇਹਦੇ ਜੇ ਓਪੋਜ਼ਿਟ ਵਿਚਾਰ ਨਾ ਹੋਵੇ, ਜਿਹੜੇ ਨਿੰਦਿਆ ਕਰਦੇ ਨੇ ਉਹਨਾਂ ਨੂੰ ਵੀ ਬਹੁਤ ਆਨੰਦ ਆਉਂਦਾ, ਉਹਨਾਂ ਨੂੰ ਇਸੇ ਗੱਲ 'ਚ ਹੀ ਆਨੰਦ ਆਉਂਦਾ ਵੀ ਮੈਂ ਨਿੰਦਿਆ ਕਰਦਾ। ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਲਿਖਿਆ, ਜਿਹੜੇ ਨਿੰਦਕ ਨੇ ਉਹਨਾਂ ਨੂੰ ਨਿੰਦਿਆ ਕਰ ਕਰਕੇ, ਦੂਜਿਆਂ ਦੇ ਔਗਣ ਫਰੋਲ ਫਰੋਲ ਕੇ ਨਾ ਜ਼ਿਆਦਾ ਆਨੰਦ ਆਉਂਦਾ, ਮੂੰਹ ਅੰਬ ਪਿਆ, ਜਿਵੇਂ ਅੰਬ ਚੂਪੀ ਦਾ ਉਹਦੇ 'ਚੋਂ ਆਨੰਦ ਆਉਂਦਾ ਨਾ, ਇਸ ਤਰ੍ਹਾਂ ਨਿੰਦਿਆ ਕਰਨ ਵਾਲੇ ਉੱਧਰ ਆਨੰਦ ਮਾਣੀ ਜਾਂਦੇ ਆ। ਜਿਹੜੇ ਗੁਰੂ ਸਾਹਿਬ ਜੀ ਦਾ ਜਸ ਕਰਦੇ ਆ, ਰਸ ਪੀਆ ਗਟ ਗਟ ਕੇ, ਜਿਵੇਂ ਗਟ ਗਟ ਕਰਕੇ ਕੋਈ ਚੀਜ਼ ਪੀ ਜਾਈਦੀ ਆ, ਰੱਬ ਦੇ ਪਿਆਰੇ ਰਸ ਪੀਆ ਗਟ ਗਟ ਕੇ, ਉਹ ਰੱਬ ਦੇ ਪਿਆਰੇ ਵਡਿਆਈਆਂ ਕਰਕੇ ਆਨੰਦ ਮਾਣਦੇ ਰਹਿੰਦੇ ਆ। ਇਸ ਤਰ੍ਹਾਂ ਉਹਨਾਂ ਨੂੰ ਆਨੰਦ ਆਉਂਦਾ ਹੈ। ਉਹ ਗੁਰਮੁਖ ਪਿਆਰਿਆਂ ਦੇ ਮਨ ਸ਼ਾਂਤ ਹੋ ਜਾਂਦੇ ਨੇ, ਟਿਕ ਜਾਂਦੇ ਨੇ, ਉਹ ਮਨ ਦੀ ਭਟਕਣਾ ਹੀ ਖਤਮ ਹੋ ਜਾਂਦੀ। ਸ਼੍ਰੀ ਨਾਨਕ ਪਦ ਪੰਕਜ ਮਾਹੀ, ਸ਼ਰਧਾ ਵਧੈ ਮੁਕਤ ਫਲ ਤਾਹੀ। ਉਹਨਾਂ ਦੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕਮਲਾਂ ਵਿੱਚ ਸ਼ਰਧਾ ਵਧੇਗੀ। ਜਿਹੜੇ ਪਿਆਰ ਨਾਲ ਗੁਰੂ ਦਾ ਜਸ ਸੁਣਨਗੇ ਅਤੇ ਉਸ ਨੂੰ ਮੁਕਤੀ ਦਾ ਫਲ ਪ੍ਰਾਪਤ ਹੋਵੇਗਾ, ਉਹ ਰੱਬ ਦੇ ਪਿਆਰੇ ਮੁਕਤ ਹੋ ਜਾਣਗੇ। ਗੁਰਮਤ ਵਿੱਚ ਜਦੋਂ ਵੀ ਗੱਲ ਕੀਤੀ ਜਾਵੇਗੀ ਨਾ, ਨਾਲ ਇਸ ਗੱਲ ਨੂੰ ਜ਼ਰੂਰ ਲੈ ਕੇ ਚੱਲਣਾ, ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰੈਜੈਂਟ ਦੀ ਗੱਲ ਪਹਿਲਾਂ ਕਰਦੇ ਨੇ, ਫਿਊਚਰ ਦੀ ਗੱਲ ਬਾਅਦ 'ਚ ਆ। ਵਰਤਮਾਨ ਦੀ ਗੱਲ ਪਹਿਲਾਂ, ਭਵਿੱਖ ਦੀ ਗੱਲ ਬਾਅਦ 'ਚ ਆ। ਭਾਵੇਂ ਕੋਈ ਮੁਕਤੀ ਦੀ ਗੱਲ ਹੀ ਹੋਵੇ, ਜਿਹੜੇ ਗੁਰੂ ਸਾਹਿਬ ਦਾ ਜਸ ਕਰਦੇ ਮੁਕਤ ਹੋ ਜਾਂਦੇ ਨੇ, ਉਹਨਾਂ ਦੇ ਬੰਧਨ ਕੱਟੇ ਜਾਂਦੇ ਨੇ।
ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੀਆਂ ਫਾਈਆਂ ਦੇ ਵਿੱਚੋਂ ਰੱਬ ਦੇ ਪਿਆਰੇ ਛੁੱਟ ਜਾਂਦੇ ਨੇ। ਹੋਰ ਜਿੰਨੇ ਵੀ ਔਗਣ ਨੇ, ਈਰਖਾ ਦਵੈਸ਼ ਕੀਨਾ ਸਾੜਾ ਨਿੰਦਿਆ ਚੁਗਲੀ ਇਤਿਆਦਿਕ, ਜਿੰਨੇ ਵੀ ਸਾਨੂੰ ਚੇਤੇ ਆ ਜਾਣ, ਰੱਬ ਦੇ ਪਿਆਰੇ ਇਹਨਾਂ ਸਾਰਿਆਂ ਤੋਂ ਰਹਿਤ ਹੋ ਜਾਂਦੇ। ਜਿਵੇਂ ਕੋਈ ਲੰਬਾ ਸਮਾਂ ਦਵਾਈ ਖਾਈ ਦੀ ਆ, ਹੌਲੀ ਹੌਲੀ ਕਰਕੇ ਫਿਰ ਰੋਗ ਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ। ਇੱਕ ਸਮਾਂ ਐਸਾ ਹੁੰਦਾ ਰੋਗ ਬਿਲਕੁਲ ਹੀ ਖਤਮ ਹੋ ਜਾਂਦਾ। ਇਸੇ ਤਰ੍ਹਾਂ ਜਿਹੜੇ ਗੁਰੂ ਸਾਹਿਬ ਜੀ ਦੀਆਂ ਵਡਿਆਈਆਂ ਕਰਦੇ ਰਹਿੰਦੇ ਉਹਨਾਂ ਦੇ ਵਿੱਚੋਂ ਔਗਣ ਹੌਲੀ ਹੌਲੀ ਕਰਕੇ ਖਤਮ ਹੋਣ ਲੱਗ ਜਾਂਦੇ ਆ। ਉਹ ਫਿਰ ਰੱਬ ਦੇ ਪਿਆਰੇ ਗੁਰੂ ਸਾਹਿਬ ਜੀ ਦੀ ਸੰਗਤ ਕਰਕੇ ਗੁਰੂ ਸਾਹਿਬ ਜੀ ਵਰਗੇ ਹੋ ਜਾਂਦੇ। ਗੁਰੂ ਜੀ ਵਰਗਾ ਹੋ ਜਾਂਦਾ ਉਹਨਾਂ ਦਾ ਸੁਭਾਅ। ਜਿਹੜੇ ਬਾਣੀ ਪੜ੍ਹਨ ਵਾਲੇ, ਨਾਮ ਸਿਮਰਨ ਕਰਨ ਵਾਲੇ, ਸੇਵਾ ਕਰਨ ਵਾਲੇ ਆ, ਗੁਰੂ ਸਾਹਿਬ ਦੀ ਹਜ਼ੂਰੀ 'ਚ ਵਿਚਰਨ ਵਾਲੇ ਆ। ਸੰਤ ਅਨੰਤਹਿ ਅੰਤਰ ਨਾਹੀ, ਰੱਬ ਦੇ ਪਿਆਰਿਆਂ ਦੇ ਵਿੱਚ, ਗੁਰੂ ਸਾਹਿਬ ਜੀ ਦੇ ਵਿੱਚ ਤੇ ਗੁਰੂ ਦੇ ਪਿਆਰਿਆਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹਿ, ਜਲ ਤੇ ਉਪਜਤ ਰੰਗ ਜਿਉ, ਜਲ ਹੀ ਬਿਖੈ ਸਮਾਹਿ। ਜਿਵੇਂ ਨਾ ਪਾਣੀ ਦੇ ਵਿੱਚੋਂ ਲਹਿਰਾਂ ਉੱਠਦੀਆਂ, ਉਹਨਾਂ ਦੇ ਵਿੱਚ ਕੋਈ ਫਰਕ ਥੋੜ੍ਹਾ ਹੁੰਦਾ। ਜਦੋਂ ਉੱਚੀ ਛੱਲ ਪਾਣੀ ਦੀ ਆਉਂਦੀ, ਵੇਖਣ ਨੂੰ ਲੱਗਦਾ ਵੀ ਸ਼ਾਇਦ ਇਹ ਅਲੱਗ ਆ, ਸਮੁੰਦਰ ਅਲੱਗ ਆ। ਪਾਣੀ ਦੀ ਲਹਿਰ ਉੱਠਦੀ, ਛੱਲ ਵੱਜਦੀ, ਉਹ ਫਿਰ ਪਾਣੀ ਦੇ ਵਿੱਚ ਹੀ ਮਿਲ ਜਾਂਦੀ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ, ਉਹ ਰੱਬ ਜੀ ਵਰਗੇ ਹੁੰਦੇ ਨੇ। ਹਰੀ ਦੇ ਵਿੱਚ ਤੇ ਹਰੀ ਜੀ ਦੇ ਜਿਹੜੇ ਸੇਵਕ ਨੇ, ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਕਿ ਨਹੀਂ, ਇਸ ਗੱਲ ਨੂੰ ਸਮਝਣ ਵਾਸਤੇ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਵੀ ਜਿਹੜਾ ਮੇਰਾ ਸੁਭਾਅ ਆ, ਇਹ ਦਿਨੋਂ ਦਿਨ ਵਧੀਆ ਹੁੰਦਾ ਜਾਂਦਾ। ਦਿਨੋਂ ਦਿਨ ਮਨ ਦਾ ਟਿਕਾਓ ਬਣਦਾ ਜਾਂਦਾ ਕਿ ਮਨ ਦਿਨੋਂ ਦਿਨ ਹੋਰ ਜ਼ਿਆਦਾ ਭਟਕਣ ਲੱਗ ਪਿਆ। ਕੀ ਹੁਣ ਮੇਰੇ ਵਿੱਚ ਦਇਆ, ਧਰਮ, ਸਤ, ਸੰਤੋਖ, ਪ੍ਰੇਮ, ਜਿਹੜੇ ਵੀ ਸ਼ੁਭ ਗੁਣ ਆ, ਕੀ ਇਹ ਵਧਣੇ ਸ਼ੁਰੂ ਹੋ ਗਏ ਨੇ? ਮੈਨੂੰ ਹੁਣ ਸਾਰਾ ਕੁਝ ਤੇ ਸਾਰੇ ਜੀਵ ਚੰਗੇ ਚੰਗੇ ਲੱਗਦੇ ਨੇ ਕਿ ਜਾਂ ਮੇਰੇ ਵਿੱਚ ਕੀਨਾ, ਨਫ਼ਰਤ, ਸਾੜਾ ਇਸ ਤਰ੍ਹਾਂ ਦਾ ਵਧਣਾ ਸ਼ੁਰੂ ਹੋ ਗਿਆ? ਇੱਥੋਂ ਪਤਾ ਚੱਲਦਾ ਵੀ ਗੁਰੂ ਸਾਹਿਬ ਜੀ ਦੇ ਨੇੜੇ ਹੁੰਦੇ ਜਾਂਦੇ ਆ ਕਿ ਗੁਰੂ ਸਾਹਿਬ ਜੀ ਤੋਂ ਦਿਨੋਂ ਦਿਨ ਦੂਰ ਹੋਈ ਜਾਂਦੇ ਆ। ਜਿਹੜਾ ਗੁਰੂ ਸਾਹਿਬ ਜੀ ਦੇ ਸਰੀਰ ਕਰਕੇ ਨੇੜੇ ਹੋਣਾ ਨਾ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਸਰੀਰ ਕਰਕੇ ਤੇ ਜਿੰਨਾ ਮਰਜ਼ੀ ਨੇੜੇ ਹੋਈ ਜਾਈਏ। ਇੱਕ ਬੰਦਾ ਸੀ, ਉਹ ਬਾਹਰੋਂ ਗੁਰੂ ਸਾਹਿਬ ਦੇ ਬੜਾ ਨੇੜੇ ਸੀ। ਸਵੇਰੇ ਸਵੇਰੇ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਕਰਨਾ। ਪ੍ਰਕਾਸ਼ ਕਰਵਾ ਕੇ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਹੁੰਦੀ, ਉਹਨੂੰ ਆਪਣਾ ਇਸ ਤਰ੍ਹਾਂ ਮੱਥਾ ਲਾ ਕੇ, ਨਮਸਕਾਰ ਕਰਕੇ, ਮੱਥਾ ਟੇਕ ਕੇ ਫਿਰ ਉਹਨੇ ਜਾਇਆ ਕਰਨਾ ਸਾਰਾ ਦਿਨ। ਸੈਂਟਰ ਸਰਕਾਰ ਦਾ ਮੁਲਾਜ਼ਮ ਸੀ, ਪੜ੍ਹਿਆ ਲਿਖਿਆ ਚੰਗਾ ਸੀ। ਬਸ ਸਵੇਰੇ ਸਵੇਰੇ ਉਹਨੇ ਪ੍ਰਕਾਸ਼ ਕਰਾ ਕੇ ਸੇਵਾ ਕਰਾ ਜਾਇਆ ਕਰਨੀ। ਬਾਅਦ 'ਚ ਸਾਰਾ ਦਿਨ ਨਿੰਦਿਆ, ਚੁਗਲੀ, ਕਦੇ ਕਿਸੇ ਦੀ ਚਿੱਠੀ ਸ਼ਿਕਾਇਤ ਦੀ ਲਿਖ ਦਿੱਤੀ, ਕਦੇ ਬਸ ਸਾਰਾ ਦਿਨ ਫਿਰ ਇਹੀ ਕੰਮ। ਪ੍ਰਕਾਸ਼ ਕਰਾਉਂਦਾ ਸੀ ਅੰਮ੍ਰਿਤ ਵੇਲੇ ਦਾ ਪੱਕਾ। ਫਿਰ ਕੀ ਹੋਇਆ, ਉਹ ਜਿਹੜਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾ ਕੇ ਜਾਂਦਾ ਸੀ ਨਾ, ਆ ਥੋੜ੍ਹੇ ਦਿਨਾਂ ਬਾਅਦ ਹੀ ਉਹਦੇ ਸਿਰ ਦੇ ਉੱਤੋਂ ਦੀ ਫਿਰ ਆਰਮੀ ਦਾ ਟਰੱਕ ਲੰਘ ਗਿਆ। ਨਾ ਕਿਸੇ ਦੇ ਕੇਸ ਕਰਨ ਜੋਗੇ, ਨਾ ਕੁਝ ਹੋਰ। ਉਹ ਕਿਸੇ ਨੂੰ ਟਿਕਣ ਹੀ ਨਾ ਦਿਆ ਕਰੇ। ਜਿਹੜੇ ਨਿੰਦਿਆ ਕਰਨ ਵਾਲੇ ਆ,
ਜਿਹੜੇ ਇਸ ਤਰ੍ਹਾਂ ਭੈੜੇ ਕਰਮ ਕਰਨ ਵਾਲੇ, ਉਹਨਾਂ ਦਾ ਹਸ਼ਰ ਬਹੁਤ ਮਾੜਾ ਹੁੰਦਾ। ਤਾਂ ਕਰਕੇ ਸਦਾ ਇਹ ਵੇਖਦੇ ਰਹਿਣਾ ਚਾਹੀਦਾ ਵੀ ਮੇਰੇ ਵਿੱਚ ਔਗਣ ਵੱਧਦੇ ਜਾਂਦੇ ਆ ਕਿ ਮੇਰੇ ਵਿੱਚ ਸ਼ੁਭ ਗੁਣ ਵੱਧਦੇ ਜਾਂਦੇ ਆ। ਨਹੀਂ ਤਾਂ ਇਹਦੇ ਬਾਰੇ ਸੋਚਣਾ ਚਾਹੀਦਾ। ਡਾਕਟਰ ਦਵਾਈ ਦੇ ਦਿੰਦੇ, ਉਹ ਕਹਿੰਦੇ ਵੀ ਇਸ ਤੋਂ ਬਾਅਦ ਦੱਸੀ ਵੀ ਕੀ ਪ੍ਰੋਗਰੈਸ ਹੋਈ ਆ, ਰੋਗ ਤੇਰਾ ਘਟਿਆ ਹੈ ਜਾਂ ਵਧਿਆ। ਜੇ ਰੋਗ ਤੇਰਾ ਵੱਧ ਗਿਆ ਫਿਰ ਆਪਾਂ ਦਵਾਈ ਬਦਲ ਦਿਆਂਗੇ। ਇਸੇ ਤਰ੍ਹਾਂ ਸਾਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ ਵੀ ਅੰਮ੍ਰਿਤ ਵੇਲੇ ਉੱਠ ਉੱਠ ਕੇ, ਸੇਵਾ ਕਰ ਕਰਕੇ, ਸਾਰੇ ਕੰਮ ਕਰ ਕਰਕੇ ਮੈਂ ਕਿਤੇ ਹੰਕਾਰੀ ਤੇ ਨਹੀਂ ਹੁੰਦਾ ਜਾਂਦਾ। ਮੈਂ ਦੂਸਰੇ ਬੰਦੇ ਨੂੰ ਕਿਤੇ ਐਵੇਂ ਤੇ ਨਹੀਂ ਸਮਝਦਾ ਵੀ ਤੁਸੀਂ ਵੀ ਕੋਈ ਬੰਦੇ ਹੋ। ਮੈਂ ਉੱਠਦਾ 2 ਵਜੇ, ਤੁਸੀਂ ਉੱਠਦੇ 7 ਵਜੇ, ਤਾਂ ਕਰਕੇ ਤੁਸੀਂ ਤੇ ਮੇਰਾ ਮੁਕਾਬਲਾ ਨਹੀਂ ਕਰ ਸਕਦੇ। ਕਿਧਰੇ ਇਹੋ ਜਿਹੀਆਂ ਗੱਲਾਂ ਤਾਂ ਨਹੀਂ ਕਰਦਾ ਮੈਂ। ਕਿਧਰੇ ਧਾਰਮਿਕ ਕੰਮਾਂ ਦੇ ਮੈਨੂੰ ਬੰਧਨ ਤੇ ਨਹੀਂ ਪਈ ਜਾਂਦੇ। ਦਾਨ ਪੁੰਨ ਕਰਕੇ, ਤੀਰਥ, ਇਹਦੇ 'ਚ ਗੁਰੂ ਸਾਹਿਬ ਨੇ ਤਾਂ ਕੋਈ ਗੱਲ ਛੱਡੀ ਨਹੀਂ। ਉਹ ਸਾਡੀ ਕਮੀ ਆ ਵੀ ਅਸੀਂ ਗੁਰਬਾਣੀ ਨੂੰ ਸਿਰਫ ਪੜ੍ਹ ਛੱਡਦੇ ਹਾਂ ਅਤੇ ਸਮਝਦੇ ਨਹੀਂ। ਸਤਿਗੁਰੂ ਜੀ ਨੇ ਸਾਰੇ ਧਰਮ ਦੇ ਨਾਮ ਦੇ ਉੱਤੇ ਕੀਤੇ ਜਾਣ ਵਾਲੇ ਜਿਹੜੇ ਪਖੰਡ ਸਾਰੇ ਗਿਣ ਦਿੱਤੇ। ਕਿਧਰੇ ਤੂੰ ਤੀਰਥਾਂ ਦਾ ਇਸ਼ਨਾਨ ਕਰ ਕਰਕੇ ਹੰਕਾਰੀ ਤੇ ਨਹੀਂ ਹੋ ਗਿਆ। ਕਿਧਰੇ ਦੂਸਰੇ ਸਿੱਖਾਂ ਨੂੰ ਪੁੱਛਦਾ ਫਿਰੇ ਵੀ ਮੈਂ ਤੇ ਫਲਾਣੇ ਤੀਰਥ ਦੇ ਉੱਤੇ ਹਰ ਸਾਲ ਜਾਂਦਾ ਹਾਂ, ਤੂੰ ਗਿਆ? ਜੇ ਅਗਲਾ ਬੰਦਾ ਕਵੇ ਨਹੀਂ ਜੀ ਮੈਂ ਨਹੀਂ ਗਿਆ, ਉਹਦੇ ਵੱਲ ਫਿਰ ਇਸ ਤਰ੍ਹਾਂ ਵੇਖਦਾ ਜਿਵੇਂ ਪਤਾ ਨਹੀਂ ਇਹਨੇ ਕਿਸੇ ਦਾ ਕਤਲ ਕੀਤਾ ਹੋਵੇ, ਜਿਵੇਂ ਇਹ ਬੰਦਾ ਹੀ ਨਾ ਹੋਵੇ, ਸਭ ਤੋਂ ਨੀਚ ਹੋਵੇ। ਕਿਉਂਕਿ ਮੈਂ ਹਰ ਸਾਲ ਜਾਂਦਾ ਤਾਂ ਕਰਕੇ ਮੈਂ ਵੱਡਾ ਹੋ ਗਿਆ। ਤੀਰਥ, ਵਰਤ ਕੀ ਆ? ਘੱਟ ਖਾਣਾ। ਮੈਂ ਬਹੁਤ ਘੱਟ ਖਾਂਦਾ। ਮੈਂ ਤੇ ਜੀ 8 ਪਹਿਰਾਂ 'ਚ 24 ਘੰਟਿਆਂ 'ਚ ਇੱਕੋ ਵਾਰੀ ਪ੍ਰਸ਼ਾਦਾ ਛਕਣਾ। ਕਈਆਂ ਨੂੰ ਇਸ ਗੱਲ ਦਾ ਹੰਕਾਰ ਹੋ ਜਾਂਦਾ। ਸਤਿਗੁਰੂ ਸਮਝਾਉਂਦੇ ਵੀ ਇਸ ਤਰ੍ਹਾਂ ਜੇ ਤੂੰ ਥੋੜ੍ਹਾ ਖਾਵੇਂਗਾ ਠੀਕ ਆ, ਤੇਰੀ ਰਿਕੁਆਇਰਮੈਂਟ ਹੀ ਇੰਨੀ, ਤੇਰੀ ਲੋੜ ਹੀ ਇੰਨੀ ਆ। ਇਹਦੇ ਨਾਲ ਤੂੰ ਗੁਰੂ ਸਾਹਿਬ ਦੇ ਉੱਤੇ ਕੋਈ ਪਰਉਪਕਾਰ ਥੋੜ੍ਹੀ ਕਰਦਾ ਪਿਆ। ਇਹਦੇ ਨਾਲ ਤੂੰ ਦੂਸਰਿਆਂ ਦਾ ਕੀ ਸਵਾਰਦਾ ਹੈ? ਜਿੰਨੀ ਤੈਨੂੰ ਲੋੜ ਆ ਤੂੰ 8 ਪਹਿਰਾਂ ਬਾਅਦ ਖਾ, 24 ਘੰਟਿਆਂ ਬਾਅਦ ਇੱਕ ਦਿਨ ਛੱਡ ਕੇ ਖਾ ਲਿਆ ਕਰ। ਇਹਦੇ ਨਾਲ ਦੂਸਰਿਆਂ ਦਾ ਕੀ ਸਵਾਰ ਦੇਵੇਂਗਾ? ਗੁਰਬਾਣੀ ਵਿੱਚ ਤੇ ਇੰਨਾ ਕੁਝ ਗੁਰੂ ਸਾਹਿਬ ਜੀ ਨੇ ਲਿਖਿਆ। ਜਗ ਮਹਿ ਬਕਤੇ ਕਹਿੰਦੇ ਆ। ਮੈਨੂੰ ਤਾਂ ਲੱਗਦਾ ਬਕਤੇ ਦਾ ਅਰਥ ਵੀ ਬਕਵਾਸ ਕਰਦੇ ਆ, ਬਿਨਾਂ ਮਤਲਬ ਹੀ ਬੋਲੀ ਜਾਂਦੇ ਆ। ਇਹ ਜੀ ਬਾਬਾ ਜੀ ਸਿਰਫ ਦੁੱਧ ਹੀ ਛਕਦੇ, ਉਸ ਤੋਂ ਬਿਨਾਂ ਕੁਝ ਨਹੀਂ ਛਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ ਵੀ ਦੁੱਧ ਤੇ ਛੋਟੇ ਬੱਚੇ ਪੀਂਦੇ ਹੁੰਦੇ, ਕੀ ਤੂੰ ਛੋਟਾ ਬੱਚਾ ਹੈ? ਤੇਰੇ ਮੂੰਹ ਵਿੱਚ ਅਜੇ ਤੱਕ ਦੰਦ ਨਹੀਂ ਉੱਗੇ। ਪੜ੍ਹ ਕੇ ਵੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਕਬਿੱਤ, ਉਹਨਾਂ ਵਿੱਚ ਗੁਰੂ ਸਾਹਿਬ ਨੇ ਬਹੁਤ ਕੁਝ ਲਿਖਿਆ। ਰਹੋ ਵਿਚਾਰ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਜੇ ਇਹ ਸਾਰੇ ਕੰਮ ਕਰਕੇ ਤੂੰ ਮਨ ਵਿੱਚ ਹੰਕਾਰ ਰੱਖਦਾ ਹੈ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ ਐਵੇਂ ਚਲਿਆ ਜਾਂਦਾ, ਇਸੇ ਤਰ੍ਹਾਂ ਤੇਰੇ ਸਾਰੇ ਕੀਤੇ ਹੋਏ ਧਾਰਮਿਕ ਕੰਮ ਐਵੇਂ ਚਲੇ ਜਾਂਦੇ ਆ ਜੇ ਤੂੰ ਔਗਣ ਨਹੀਂ ਛੱਡਦਾ। ਮੈਂ ਹਾਥੀ ਨੂੰ ਇਸ਼ਨਾਨ ਕਰਦਿਆਂ ਵੇਖਿਆ। ਇੱਕ ਨਗਰ ਕੀਰਤਨ ਤੋਂ ਬਾਅਦ ਹਾਥੀ ਨੂੰ ਪਾਣੀ ਪਿਆਉਣ ਲੈ ਗਏ ਇੱਕ ਚਬੱਚੇ ਦੇ ਕੋਲ। ਉਹਨੇ ਕੀ ਕੀਤਾ ਵੀ ਪਾਣੀ ਦੀਆਂ ਆਪਣੀ ਸੁੰਨ ਪਾਣੀ 'ਚ ਸੁੱਟ ਕੇ ਪਹਿਲਾਂ ਤਾਂ ਪਾਣੀ ਆਪਣੇ ਅੰਦਰ ਖਿੱਚ ਲਿਆ, ਫਿਰ ਉਹ ਸੁੰਨ ਮੋੜ ਕੇ ਆਪਣੇ ਸਰੀਰ ਦੇ ਉੱਤੇ ਇਸ ਤਰ੍ਹਾਂ ਪਾਣੀ ਪਾਇਆ ਜਿਵੇਂ ਅਸੀਂ ਸ਼ਾਵਰ ਦੇ ਥੱਲੇ ਇਸ਼ਨਾਨ ਕਰਦੇ ਨਾ, ਫੁਹਾਰੇ ਦੇ ਥੱਲੇ। ਇਸ ਤਰ੍ਹਾਂ ਹਾਥੀ ਨੇ ਇਸ਼ਨਾਨ ਕੀਤਾ, ਆਪਣੀ ਸੁੰਨ ਦਾ ਫੁਹਾਰਾ ਬਣਾ ਕੇ। ਮੈਂ ਵੇਖਦਾ ਰਿਹਾ। ਜਿਹੜਾ ਮੁਹਾਵਤ ਸੀ ਹਾਥੀ ਨੂੰ ਚਲਾਉਣ ਵਾਲਾ, ਉਹ ਕਹਿੰਦਾ ਹੁਣ ਜੇ ਇਸ਼ਨਾਨ ਤਾਂ ਇਹਨੇ ਕਰ ਲਿਆ, ਜੇ ਕਿਤੇ ਹਾਥੀ ਨੂੰ ਲੱਭ ਜਾਵੇ ਨਾ ਚਿੱਕੜ, ਫਿਰ ਤੇ ਕਿਆ ਬਾਤਾਂ। ਇਸ਼ਨਾਨ ਪਾਣੀ ਕਰਕੇ ਫਿਰ ਇੱਕ ਚਿੱਕੜ ਦੀ ਸੁੰਨ ਭਰ ਕੇ ਆਪਣੇ ਉੱਤੇ ਪਾ ਲੈਂਦਾ ਉਹ। ਜਦੋਂ ਅਸੀਂ ਵਿਕਾਰ ਨਹੀਂ ਛੱਡਦੇ, ਹਉਮੈ ਹੰਕਾਰ ਕਰਦੇ ਹਾਂ, ਫਿਰ ਸਾਡੇ ਵੀ ਕੀਤੇ ਹੋਏ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਸਾਡੇ ਵੀ ਬਸ ਇਸ ਤਰ੍ਹਾਂ ਹੀ ਆ ਸਾਰੇ। ਸਾਰਾ ਕੁਝ ਕਰਕੇ
ਉੱਤੇ ਚਿੱਕੜ ਪਾ ਲੈਣਾ ਹਉਮੈ ਹੰਕਾਰ ਦਾ। ਅਤੇ ਜਿਹੜੇ ਗੁਰਮੁਖ ਨੇ ਉਹਨਾਂ ਵਿੱਚ ਸਾਧ ਸੰਗਤ ਜੀ ਸ਼ੁਭ ਗੁਣ ਵੱਧਦੇ ਜਾਂਦੇ ਨੇ। ਪੁਨ ਬਾਲੇ ਬੰਦੇ ਦ્વੈ ਹਾਥਾ, ਬੋਲਿਓ ਬਚਨ ਸੁਣੋ ਮਮ ਨਾਥਾ। ਬਾਲਾ ਜੀ ਨੇ ਹੱਥ ਜੋੜ ਕੇ ਗੁਰੂ ਅੰਗਦ ਜੀ ਅੱਗੇ ਬੇਨਤੀ ਕਰਦੇ ਹੋਏ ਕਿਹਾ, ਹੇ ਮੇਰੇ ਨਾਥ ਸੁਆਮੀ ਜੀ, ਭਇਓ ਹਦੂਰ ਜਿਤੋ ਇਤਿਹਾਸਾ, ਸੋ ਵਰਣਨ ਕੀਨੋ ਤੁਧ ਪਾਸਾ। ਗੁਰੂ ਨਾਨਕ ਸਾਹਿਬ ਜੀ ਦਾ ਜਿਤਨਾ ਇਤਿਹਾਸ ਮੇਰੇ ਸਾਹਮਣੇ ਵਾਪਰਿਆ ਉਹ ਮੈਂ ਸਾਰਾ ਆਪ ਜੀ ਕੋਲ ਵਰਣਨ ਕੀਤਾ ਹੈ। ਜਿੰਨਾ ਕੁ ਮੈਨੂੰ ਪਤਾ ਸੀ ਉਹ ਮੈਂ ਆਪ ਜੀ ਨੂੰ ਸੁਣਾਇਆ ਹੈ। ਇਸ ਆਗੇ ਸੁਧ ਮੋਹੇ ਨ ਕੋਊ, ਰਾਵਰ ਸਰਬ ਜਾਨ ਹੋ ਸੋਊ। ਇਸ ਤੋਂ ਅੱਗੇ ਮੈਨੂੰ ਹੋਰ ਕੁਝ ਪਤਾ ਨਹੀਂ, ਇਸ ਤੋਂ ਅੱਗੇ ਦਾ ਨਹੀਂ ਮੈਨੂੰ ਪਤਾ। ਆਪ ਉਹਨਾਂ ਬਾਰੇ ਸਭ ਜਾਣਦੇ ਹੋ, ਤੁਸੀਂ ਤੇ ਜਾਣੀ ਜਾਣੋ। ਤੁਸੀਂ ਤੇ ਸਤਿਗੁਰੂ ਜੀ ਕਿਸੇ ਨੂੰ ਵਡਿਆਈ ਬਖਸ਼ਣੀ ਹੁੰਦੀ ਆ ਵੀ ਫਲਾਨਿਆਂ ਤੂੰ ਇਤਿਹਾਸ ਸੁਣਾ, ਤੁਸੀਂ ਤੇ ਸਭ ਕੁਝ ਜਾਣੀ ਜਾਣੋ। ਜਰਾ ਗ੍ਰਸੀ ਅਬ ਕਾਇਆ ਮੇਰੀ, ਲਖੋ ਆਰਬਲ ਭਈ ਵਡੇਰੀ। ਹੁਣ ਬੁਢੇਪੇ ਨੇ ਮੇਰੀ ਦੇਹੀ ਨਿਰਬਲ ਕਰ ਦਿੱਤੀ ਹੈ। ਸਮਝੋ ਮੇਰੀ ਉਮਰ ਗੁਰੂ ਸਾਹਿਬ ਜੀ ਨੂੰ ਵਡੇਰੀ ਹੋ ਗਈ ਆ। ਦੇਖ ਫਰੀਦਾ ਜੇਥੀਆ, ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ, ਪਿੱਛਾ ਰਵਿਆ ਦੂਰ। ਭਾਈ ਬਾਲਾ ਜੀ ਕਹਿ ਰਹੇ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ, ਨਾਲ ਦੀ ਨਾਲ ਸਾਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ ਵੀ ਪ੍ਰਿਥੀ ਚੰਦ ਦੇ ਚਿੱਠੀਆਂ ਲੁਕਾਉਣ ਵਾਂਗੂ ਮੈਂ ਵੀ ਕਿਤੇ ਰੱਬ ਦੀਆਂ ਚਿੱਠੀਆਂ ਲੁਕੋਈ ਤੇ ਨਹੀਂ ਜਾਂਦਾ। ਇਹ ਜਿਹੜੇ ਧੌਲੇ ਆਉਣੇ ਨੇ, ਵਾਲ ਚਿੱਟੇ ਆਉਣੇ ਨੇ, ਇਹ ਰੱਬ ਦੀਆਂ ਚਿੱਠੀਆਂ ਹੀ ਨੇ। ਤਿਆਰੀ ਕਰਦਾ ਹੁਣ ਵਾਪਸ ਆਉਣ ਦੀ, ਕਿਧਰੇ ਮੈਂ ਚਿੱਟੇ ਕੇਸ ਧੌਲੇ ਪੁੱਟ ਤੇ ਨਹੀਂ ਦਿੰਦਾ ਸ਼ੀਸ਼ੇ 'ਚ ਵੇਖ ਕੇ, ਕਿਧਰੇ ਮੈਂ ਚਿੱਟੇ ਕੇਸਾਂ ਨੂੰ ਕਾਲੇ ਕਰਨ ਦੀ ਕੋਸ਼ਿਸ਼ ਤੇ ਨਹੀਂ ਕਰਦਾ। ਇਸ ਤਰ੍ਹਾਂ ਮੌਤ ਤੋਂ ਬਚ ਜਾਵੇਗਾ। ਤਾਂ ਕਰਕੇ ਆਪਣੀ ਤਿਆਰੀ ਰੱਖਿਆ ਕਰ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਏ, ਤੈਂ ਪਾਸੋਂ ਓਏ ਲੱਦ ਗਏ, ਤੂੰ ਅਜੈ ਨਾ ਪਤੀਣਿਓ ਏ। ਕਈ ਸ਼ਲੋਕ ਨੇ ਗੁਰਬਾਣੀ 'ਚ, ਸਤਿਗੁਰੂ ਜੀ ਨੇ ਬਚਨ ਕੀਤੇ ਅੰਮ੍ਰਿਤ ਬਾਣੀ ਵਿੱਚ। ਗੁਰੂ ਸਾਹਿਬ ਜੀ ਮਹਾਰਾਜ ਨੇ ਕਈ ਥਾਵਾਂ 'ਤੇ ਕਈ ਉਦਾਹਰਨਾਂ ਦੇ ਦੇ ਕੇ ਸਾਨੂੰ ਮਹਾਰਾਜ ਜੀ ਨੇ ਸਮਝਾਇਆ। ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ, ਭੀ ਤਨ ਹੋਸੀ ਖੇ। ਖੇ ਹੋ ਜਾਵੇਗਾ। ਰਹੋ ਵਿਚਾਰ। ਭਾਈ ਬਾਲਾ ਜੀ ਕਹਿ ਰਹੇ ਵੀ ਮਹਾਰਾਜ ਮੇਰੀ ਉਮਰ ਵੱਡੀ ਹੋ ਗਈ, ਵਡੇਰੀ ਹੋ ਗਈ ਆ, ਬਹੁਤ ਸਾਰਾ ਸਮਾਂ ਲੰਘ ਗਿਆ, ਅੱਗੋਂ ਨੇੜਾ ਆਇਆ, ਪਿੱਛਾ ਰਵਿਆ ਦੂਰ। ਕਈ ਸਾਲ ਹੋ ਗਏ ਸਫ਼ਰ ਕਰਦੇ ਨੂੰ, 50 ਸਾਲ 60 80 ਸਾਲ, ਕਿੰਨੇ ਚਿਰ ਦਾ ਸਫ਼ਰ ਕਰਦਾ ਹੋਣਾ। ਹੁਣ ਮਹਾਰਾਜ ਜੀ ਸਫ਼ਰ ਮੁੱਕਣ ਵਾਲਾ, ਸਰੀਰ ਤੋਂ ਪਤਾ ਚੱਲਦਾ। ਇਹ ਅਬ ਛੁਟੇ ਹੈ ਬਚਨ ਨਿਜ ਕਰੀਏ। ਤੇ ਨਾਲ ਇਹ ਵੀ ਗੁਰਬਾਣੀ ਵਿੱਚ ਸਮਝਾਇਆ, ਇੰਨੀ ਉਮਰ ਲੰਘ ਗਈ ਆ, ਵਿਕਾਰਾਂ ਨੇ ਤੇ ਅਜੇ ਵੀ ਨਹੀਂ ਖਹਿੜਾ ਛੱਡਿਆ। ਕਾਗਾ ਝੂੰਡ ਨਾ ਪਿੰਜਰਾ, ਵਸੈ
ਤਾਂ ਉੱਡਰ ਜਾਹੇ। ਜਿਤ ਪਿੰਜਰੇ ਮੇਰਾ ਸ਼ੈ ਵਸੈ, ਮਾਸ ਨਾ ਤਿਦੂ ਖਾਏ। ਜਿਹੜੇ ਵਿਕਾਰਾਂ ਦੇ ਕਾਂ ਨੇ ਅਜੇ ਵੀ ਨਹੀਂ ਖਹਿੜਾ ਛੱਡਦੇ। ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ। ਇਹ ਦੋਏ ਨੈਣਾ ਮੱਥ ਛੂਹੋ, ਪਿਰ ਦੇਖਣ ਕੀ ਆਸ। ਨਾਨਕ ਸੇ ਅਖੜੀਆਂ ਬਿਆਨ, ਜਿਨੇ ਡਿਸੰਦੋ ਮਾ ਪਿਰੀ। ਇੰਨਾ ਬਜ਼ੁਰਗ ਸਰੀਰ ਹੋ ਗਿਆ, ਵਿਕਾਰ ਅਜੇ ਵੀ ਖਹਿੜਾ ਨਹੀਂ ਛੱਡਦੇ। ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਇਹਨਾਂ ਵਿਕਾਰਾਂ ਤੋਂ ਖਹਿੜਾ ਛਡਾਓ। ਬੁੱਢੇ ਪਾ ਗਿਆ। ਭਗਤ ਭੀਖਣ ਜੀ ਦਾ ਸ਼ਬਦ ਆ, ਨੈਣੋ ਨੀਰ ਬਹਿ। ਜਿਹੜੀਆਂ ਅੱਖਾਂ ਉਹ ਵੀ ਹੁਣ ਕਮਜ਼ੋਰ ਹੋ ਗਈਆਂ। ਨੈਣੋ ਨੀਰ ਅਸਾਰ ਬਹਿ, ਅੱਖਾਂ ਵਿੱਚੋਂ ਪਾਣੀ ਜਾਂਦਾ ਰਹਿੰਦਾ। ਹੁਣ ਉਹ ਜਿਹੜਾ ਸੋਹਣਾ ਸਰੀਰ ਸੀ, ਜਿਹਨੂੰ ਵੇਖ ਕੇ ਸਾਰੇ ਖੁਸ਼ ਹੁੰਦੇ ਸੀ, ਨਿੱਕੇ ਜਿਹੇ ਬੱਚੇ ਨੂੰ ਕਿੰਨੇ ਸਕੇ ਸੰਬੰਧੀ ਪਰਿਵਾਰ ਵਾਲੇ ਚੁੱਕਦੇ ਸੀ, ਲਾਡ ਲਡਾਉਂਦੇ ਸੀ, ਸਾਰਿਆਂ ਦਾ ਮਨ ਮੋਹ ਲੈਂਦਾ ਸੀ। ਹੁਣ ਉਹ ਥੋੜ੍ਹਾ ਰਿਹਾ। ਇੰਨੇ ਸਾਲ ਹੋ ਗਏ ਇਸ ਸਰੀਰ ਵਿੱਚ ਆਏ ਨੂੰ, ਪੁਰਾਣਾ ਹੋ ਗਿਆ। ਹੁਣ ਮਕਾਨ ਹੀ ਆ ਸਰੀਰ ਵੀ ਇੱਕ ਤਰ੍ਹਾਂ ਦਾ, ਮਕਾਨ ਪੁਰਾਣਾ ਹੋ ਗਿਆ। ਮੁਰੰਮਤ ਕਿੰਨੀ ਕਿਹਦੀ ਕਰਵਾਈ ਜਾਵੇ, ਨੀਂਹ ਖੋਖਲੀ ਹੋ ਗਈ ਆ, ਹੁਣ ਇਹਨੇ ਡਿੱਗਣਾ ਹੀ ਆ। ਬਾਹਰੋਂ ਲਿਪਾ ਪੋਚੀ ਕਰਕੇ ਕਿੰਨਾ ਕੁ ਚਿਰ ਚੱਲ ਜਾਏਗਾ। ਇਹਦੀਆਂ ਕੰਧਾਂ ਗਾਰੇ ਦੀਆਂ ਹੋਈਆਂ ਨੇ, ਉੱਤੋਂ ਜਿੰਨਾ ਮਰਜ਼ੀ ਪਲਸਤਰ ਕਰਵਾਈ ਜਾਓ, ਹੁਣ ਵਿੱਚ ਨਹੀਂ ਹੈ ਕੁਛ। ਭਾਵ ਹੁਣ ਜਿੰਨਾ ਮਰਜ਼ੀ ਹਾਰ ਸ਼ਿੰਗਾਰ ਕਰੀ ਜਾਵੇ, ਜਿੰਨਾ ਮਰਜ਼ੀ ਦਾੜੀ ਕੇਸ ਰੰਗੀ ਜਾਵੇ, ਅੰਦਰ ਕੁਛ ਨਹੀਂ ਰਿਹਾ, ਹੁਣ ਖਤਮ ਆ। ਤਾਂ ਕਰਕੇ ਡਿੱਗਣਾ ਹੀ ਆ। ਨੈਣੋ ਨੀਰ ਬਹਿ, ਫਰੀਦਾ ਜਿਨ ਲੋਇਣ ਜਗ ਮੋਹਿਆ। ਜਿਹੜੀਆਂ ਅੱਖਾਂ ਨੇ ਸੰਸਾਰ ਦੇ ਲੋਕਾਂ ਦਾ ਮਨ ਮੋਹਿਆ ਹੋਇਆ ਸੀ, ਜਿਹੜੀਆਂ ਐਡੀਆਂ ਸੋਹਣੀਆਂ ਅੱਖਾਂ ਸੀ। ਫਰੀਦਾ, ਇੱਥੇ ਇੱਕ ਸਾਖੀ ਲਿਖਦੇ ਆ ਰੱਬ ਦੇ ਪਿਆਰੇ। ਕਹਿੰਦੇ ਕੋਈ ਵਿਭਚਾਰ ਕਰਨ ਵਾਲੀ ਔਰਤ ਸੀ, ਬਹੁਤ ਹਾਰ ਸ਼ਿੰਗਾਰ ਕਰਿਆ ਕਰੇ, ਅਤੇ ਪੁਰਾਣੇ ਸਮੇਂ ਵਿੱਚ ਸੁਰਮਾ ਆਦਿਕ ਲੋਕੀ ਘਰੇ ਹੀ ਪੀਂਦੇ ਹੁੰਦੇ ਸੀ, ਖਰਲ ਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਪਾ ਕੇ। ਪੁਰਾਣੀਆਂ ਮਾਤਾਵਾਂ ਉਹ ਘਰੇ ਹੀ ਸੁਰਮਾ ਉਹਨਾਂ ਬਣਾਇਆ ਕਰਨਾ। ਤਾਂ ਉਹ ਜਿਹੜੀ ਕਹਿ ਲਓ ਵੀ ਰਾਣੀ ਕਹਿ ਲਓ, ਉਹਦੀ ਜਿਹੜੀ ਨੌਕਰਾਣੀ ਸੀ, ਉਹਨੇ ਨਾ ਕਈ ਚੀਜ਼ਾਂ ਛੋਟੀਆਂ ਲਾਚੀਆਂ ਤੋਂ ਲੈ ਕੇ ਕਈ ਕੁਛ ਵਿੱਚ ਉਹਦੇ ਪਾ ਕੇ ਨਿੱਕ ਸੁੱਕ ਜੜੀਆਂ ਬੂਟੀਆਂ ਬਹੁਤ ਬਰੀਕ ਉਹਨੇ ਸੁਰਮਾ ਪੀਸਿਆ। ਅਤੇ ਜਦੋਂ ਉਹ ਕੱਜਲ ਉਸ ਰਾਣੀ ਨੇ ਆਪਣੀ ਅੱਖ ਦੇ ਵਿੱਚ ਪਾਇਆ, ਉਹਦੇ 'ਚ ਮਾੜਾ ਜਿਹਾ ਕਿਧਰੇ ਕੋਈ ਨਿੱਕਾ ਜਿਹਾ ਕੋਈ ਦਾਣਾ ਬਰੀਕ ਹੋਣਾ ਰਹਿ ਗਿਆ, ਨਿੱਕਾ ਜਿਹਾ ਕੋਈ ਅੰਸ਼, ਜਿੱਦਾਂ ਕਹਿ ਲਓ ਬਹੁਤ ਰੇਤ ਤੋਂ ਬਹੁਤ ਬਰੀਕ। ਜਦੋਂ ਉਹਦੀ ਅੱਖ ਦੇ 'ਚ ਉਹ ਕਿਣਕਾ ਚੁਭਿਆ, ਉਹਨੇ ਸੇਵਾਦਾਰਨੀ ਨੂੰ ਬਹੁਤ ਸਜ਼ਾ ਦਿੱਤੀ ਵੀ ਮੇਰੀਆਂ ਇੰਨੀਆਂ ਨਾਜ਼ੁਕ ਅੱਖਾਂ ਅਤੇ ਤੂੰ ਇਹ ਕੀ ਕੀਤਾ, ਸੁਰਮਾ ਇੰਨਾ ਬਰੀਕ ਕਿਉਂ ਨਹੀਂ ਪੀਸਿਆ, ਵਿੱਚ ਇਹ ਕਿਉਂ ਰਹਿ ਗਿਆ। ਉਹਦੀ ਵਿਚਾਰੇ ਦੇ ਬਹੁਤ ਬੇਇੱਜ਼ਤੀ ਕੀਤੀ, ਉਹਨੂੰ ਮਾਰਿਆ ਕੁੱਟਿਆ। ਬਾਬਾ ਫਰੀਦ ਸਾਹਿਬ ਜੀ ਨੂੰ ਕਹਿੰਦੇ ਪਤਾ ਲੱਗਿਆ, ਜੰਗਲ ਵਿੱਚ ਜਾ ਰਹੇ, ਉੱਥੇ ਇੱਕ ਖੋਪੜੀ ਪਈ ਆ। ਉਸ ਖੋਪੜੀ ਦੇ ਕੋਲ ਖਲੋ ਗਏ। ਨਾਲ ਦੇ ਸਾਥੀ ਪੁੱਛਦੇ ਵੀ ਬਾਬਾ ਜੀ ਖੋਪੜੀ ਆ ਇਨਸਾਨ ਦੀ, ਇਹਦੇ ਲਾਗੇ ਖਲੋ ਕੇ ਕੀ ਕਰਨਾ। ਚਲੋ ਇਹੋ ਜਿਹੀਆਂ ਤਾਂ ਕਈ ਖੋਪੜੀਆਂ ਰੁਲਦੀਆਂ ਫਿਰਦੀਆਂ, ਕਈ ਲੋਕ ਐਵੇਂ ਹੀ ਜੰਗਲ 'ਚ ਛੱਡ ਆਉਂਦੇ ਆ, ਕਈ ਸੰਸਕਾਰ ਕਰ ਦਿੰਦੇ ਆ, ਕਈ ਲੋਕਾਂ ਨੇ ਕੁਕਰਮ ਹੀ ਐਸੇ ਕੀਤੇ ਹੁੰਦੇ, ਉਹ ਦਰਿਆ 'ਚ ਹੀ ਰੋੜ ਦਿੰਦੇ ਵੀ ਇਹਦਾ ਕੀ ਕਰਨਾ, ਪੰਛੀ ਖਾ ਲੈਣਗੇ ਸਰੀਰ ਸ਼ਾਇਦ ਦਾ, ਤਾਂ ਹੀ ਭਲਾ ਹੋ ਜਾਏਗਾ। ਇੱਕ ਦੱਜੈਂ, ਇੱਕ ਦੱਬੀਐਂ,
ਕਈਆਂ ਨੂੰ ਨੱਪ ਦਿੱਤਾ ਜਾਂਦਾ ਮਿੱਟੀ 'ਚ, ਕਈਆਂ ਨੂੰ ਸਾੜ ਦਿੱਤਾ ਜਾਂਦਾ। ਇੱਕ ਨਾ ਹੱਸਣ ਪਾਹੇ, ਕਈਆਂ ਨੂੰ ਹੱਸਣ ਖੂਹ ਦੀ ਮਣ ਦੇ ਉੱਤੇ ਰੱਖ ਆਉਂਦੇ ਜੰਗਲ 'ਚ। ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਹੇ। ਉਹ ਲੋਕਾਂ ਨੇ ਵੇਖਿਆ ਵੀ ਇਹ ਜਿਹੜੀ ਵੀ ਵਿਚਾਰਨ ਔਰਤ ਭੈੜੇ ਕਰਮ ਕਰਦੀ, ਇਹਦਾ ਕੀ ਕਰਨਾ, ਇਹਨੂੰ ਇਸ ਤਰ੍ਹਾਂ ਹੀ ਸੁੱਟ ਆਓ। ਉੱਥੇ ਸਾੜ ਦਿੱਤਾ। ਕੋਈ ਉਹਦੇ ਫੁੱਲ ਵੀ ਨਾ ਚੁਗਣ ਆਇਆ। ਉਹਦੀ ਖੋਪੜੀ ਰੁਲਦੀ ਪਈ ਉਹਦੇ ਲਾਗੇ। ਬਾਬਾ ਫਰੀਦ ਸਾਹਿਬ ਖਲੋਤੇ, ਨਾਲ ਦੇ ਸਾਥੀ ਪੁੱਛਦੇ ਜੀ ਖੋਪੜੀ ਆ ਹੋਰੇ ਕੀ ਆ? ਬਾਬਾ ਜੀ ਕਹਿੰਦੇ ਨਹੀਂ, ਮੈਂ ਵੇਖਦਾ ਪਿਆ ਇਹ ਜਿਹੜੀ ਖੋਪੜੀ ਆ ਨਾ, ਇਹਦੇ ਵਿੱਚ ਜਿਹੜੀਆਂ ਅੱਖਾਂ ਦੇ ਜਿਹੜੇ ਛੇਦ ਆ ਨਾ, ਉਹ ਮਾਸ ਅੱਖਾਂ ਤਦ ਕਿਤੇ ਸਭ ਸੜ ਗਿਆ, ਖਤਮ ਹੋ ਗਿਆ, ਹੱਡੀਆਂ ਰਹਿ ਗਈਆਂ, ਢਾਂਚਾ ਰਹਿ ਗਿਆ। ਇਹ ਅੱਖਾਂ ਉਹੋ ਹੀ ਨੇ ਜਿਨ੍ਹਾਂ ਦੇ ਵਿੱਚ ਇੱਕ ਵਾਰੀ ਇੱਕ ਸੇਵਾਦਾਰਨੀ ਨੇ ਕੱਜਲ ਪੀਸ ਕੇ ਦਿੱਤਾ ਸੀ ਤੇ ਇਹਨੇ ਪਾਇਆ ਸੀ ਤੇ ਕਹਿੰਦੀ ਸੀ ਉਹ ਮੈਨੂੰ ਚੁੱਭਦਾ ਵਾ, ਤੂੰ ਬਰੀਕ ਕਿਉਂ ਨਹੀਂ ਪੀਸਿਆ? ਹੁਣ ਵੇਖਿਆ ਇਹਦੀ ਖੋਪੜੀ ਦੇ ਵਿੱਚ ਪੰਛੀਆਂ ਨੇ ਆਲਣੇ ਪਾਏ ਆ। ਐਵੇਂ ਹੰਕਾਰ। ਫਰੀਦਾ ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿਠ, ਕੱਜਲ ਰੇਖ ਨਾ ਸਹਿੰਦੀਆਂ, ਸੇ ਪੰਖੀ ਸੂਏ ਬਹਿਠ, ਨੈਨੋ ਨੀਰ ਬਹਿ, ਨੈਨੋ ਨੀਰ ਅਸਾਰ ਬਹਿ, ਨੈਨੋ ਨੀਰ ਬਹਿ ਤਨ ਖੀਨਾ, ਸਰੀਰ ਹੋ ਜਾਣਾ ਕਮਜ਼ੋਰ। ਭਏ ਕੇਸ ਦੁੱਧਵਾਨੀ, ਕੇਸ ਹੋ ਜਾਣੇ ਦੁੱਧ ਵਰਗੇ ਚਿੱਟੇ। ਰੂਧਾ ਕੰਠ, ਜਿਹੜੇ ਗਲੇ ਨਾਲ ਸੋਹਣੇ ਗੀਤ ਗਾਉਂਦਾ, ਸੋਹਣਾ ਬੋਲਦਾ, ਗਲਾ ਰੁਕ ਜਾਣਾ। ਤਾਂ ਕਰਕੇ ਜਿੰਨਾ ਚਿਰ ਚੱਲਦਾ ਇਹਦੇ ਨਾਲ ਪ੍ਰਭੂ ਦੇ ਗੁਣ ਗਾਉਣੇ ਚਾਹੀਦੇ ਆ। ਰੂਧਾ ਕੰਠ, ਸ਼ਬਦ ਨਹੀਂ ਉਚਰੈ, ਫਿਰ ਮੁੜ ਕੇ ਕੋਈ ਸ਼ਬਦ ਨਹੀਂ ਬੋਲਿਆ ਜਾਇਆ ਕਰਨਾ। ਫਿਰ ਇਹਨੇ ਕੁਛ ਕਿਹਾ ਕਰਨਾ ਤੇ ਘਰਦਿਆਂ ਨੇ ਕਿਆ ਕਰਨਾ, ਠੀਕ ਠੀਕ ਸੁਣਦੇ ਗੱਲ ਤੇਰੀ ਠੀਕ ਆ। ਉਹਨਾਂ ਕਹਿਣਾ ਦਿਮਾਗ 'ਚ ਨੁਕਸ ਪਿਆ, ਐਵੇਂ ਸਿਰ ਖਾਂਦਾ ਰਹਿੰਦਾ, ਐਵੇਂ ਬੋਲਦਾ ਰਹਿੰਦਾ। ਜਿੰਨਾ ਚਿਰ ਗਲਾ ਚੱਲਦਾ ਮੱਤ ਟਿਕਾਣੇ ਆ। ਰੱਬ ਜੀ ਦੇ ਗੁਣ ਗਾਇਆ ਕਰ, ਕਿਸੇ ਨੂੰ ਮਾੜਾ ਨਾ ਬੋਲਿਆ ਕਰ, ਮਿੱਠਾ ਬੋਲਿਆ ਕਰ। ਮੀਠੇ ਹਰ ਗੁਣ ਗਾਓ ਜਿੰਦੂ, ਤੂੰ ਮੀਠੇ ਹਰ ਗੁਣ ਗਾਓ। ਆਸਾ ਦੀ ਵਾਰ ਸੁਣਨ ਵਾਲਿਆ, ਮਹਾਰਾਜ ਬਚਨ ਕਰਦੇ, ਨਾਨਕ ਫਿੱਕੈ ਬੋਲਿਐ ਤਨ ਮਨ ਫਿੱਕਾ ਹੋਏ। ਜਿਸ ਵਾਹਿਗੁਰੂ ਜੀ ਨੇ ਤੈਨੂੰ ਤਾਣ ਦਿੱਤਾ ਨਾ, ਬਲ ਦਿੱਤਾ, ਜ਼ੋਰ ਦਿੱਤਾ, ਤਾਕਤ ਦਿੱਤੀ ਆ, ਉਸ ਰੱਬ ਜੀ ਦੇ ਕੋਲੋਂ ਸਦਾ ਡਰ ਕੇ ਰਿਹਾ ਕਰ। ਐਵੇਂ ਗਰੀਬ ਗੁਰਬਿਆਂ ਦੇ ਉੱਤੇ ਆਪਣਾ ਜ਼ੋਰ ਨਾ ਵਿਖਾਇਆ ਕਰ, ਤਾਕਤ ਨਾ ਵਿਖਾਇਆ ਕਰ। ਰੱਬ ਜੀ ਜਿਸ ਦੇ ਨੇ ਤਾਕਤ ਖੋਹ ਲੈਣਗੇ ਨਾ, ਮਿੱਟੀ 'ਚ ਮਿਲ ਜਾਏਗਾ, ਕਿਸੇ ਨੇ ਤੇਰੀ ਬਾਤ ਵੀ ਨਹੀਂ ਪੁੱਛਣੀ। ਗਾਵੇ ਕੋ ਤਾਣ, ਕੋਈ ਤਾਂ ਕਰਕੇ ਵਾਹਿਗੁਰੂ ਜੀ ਨੂੰ ਗਾਉਂਦਾ ਵੀ ਵਾਹਿਗੁਰੂ ਜੀ ਤੁਸੀਂ ਮੈਨੂੰ ਤਾਣ ਬਖਸ਼ਿਆ। ਹੋਵੇ ਕਿਸੇ ਤਾਣ, ਕੋਈ ਤਾਂ ਕਰਕੇ ਵਾਹਿਗੁਰੂ ਜੀ ਨੂੰ ਗਾਉਂਦਾ ਵੀ ਵਾਹਿਗੁਰੂ ਜੀ ਮੈਨੂੰ ਤਾਣ ਬਖਸ਼ੋ, ਮੈਨੂੰ ਜ਼ੋਰ ਬਲ ਤਾਕਤ ਬਖਸ਼ੋ। ਤੇ ਮੁੜ ਕੇ ਸਾਰਾ ਜ਼ੋਰ ਬਲ ਤਾਕਤ ਲੈ ਕੇ ਉਹ ਸ਼ਿਵ ਜੀ ਦੇ ਭਗਤ ਭਸਮਾਸੁਰ ਵਾਂਗੂ ਸ਼ਿਵ ਜੀ ਦੇ ਉੱਤੇ ਆਪਣੀ ਤਾਕਤ ਜਮਾਉਣੀ ਚਾਹੁੰਦਾ। ਜਿਸ ਗੁਰੂ ਸਾਹਿਬ ਜੀ ਨੇ ਸਾਰੀਆਂ ਦਾਤਾਂ ਬਖਸ਼ਿਸ਼ ਕੀਤੀਆਂ ਨੇ, ਰੱਬ ਜੀ ਤੈਨੂੰ ਅੱਗ ਦੇ ਵਿੱਚ ਸਾੜਨਗੇ। ਗਰੀਬਾਂ ਉੱਪਰ ਜੇ ਖਿੰਚੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਗਰੀਬ ਬੰਦੇ ਵਿਚਾਰੇ ਨੇ ਕੀ ਕਰਨਾ ਹੁੰਦਾ, ਉਹਨੇ ਤੇ ਚੁੱਪ ਕਰਕੇ ਖਲੋਤੇ ਹੀ ਰਹਿਣਾ। ਉਹਦੀ ਕੋਈ ਬੇਇੱਜ਼ਤੀ ਕਰੀ ਜਾਵੇ, ਉਹਨੂੰ ਜੋ ਕੋਈ ਮਰਜ਼ੀ ਕਹੀ ਜਾਵੇ, ਕਿਉਂਕਿ ਉਹ ਵਿਚਾਰਾ ਨਿਮਾਣਾ ਨਿਤਾਣਾ ਕੀ ਕਰ ਸਕਦਾ। ਉਹ ਵਿਚਾਰੇ ਦਾ ਮਤਲਬ ਲਾਚਾਰ ਆ। ਤੇਰੇ ਕੋਲ ਅੱਜ ਤਾਕਤ ਆ, ਤੂੰ ਆਪਣਾ ਜ਼ੋਰ ਵਿਖਾਉਂਦਾ ਹੈ। ਗਰੀਬਾਂ ਉੱਪਰ ਜੇ ਖਿੰਚੇ ਦਾੜੀ, ਖਿੰਚੇ ਦਾੜੀ ਦਾ ਮਤਲਬ ਕੀ ਆ ਵੀ ਨਾਲੇ ਅਗਲੇ ਨੂੰ ਦਬ ਕੇ ਮਾਰੀ ਜਾਣੇ, ਮਾੜੇ ਸ਼ਬਦ ਬੋਲੀ ਜਾਣੇ,
ਨਾਲੇ ਮੁੱਛਾਂ ਨੂੰ ਵੱਟ ਦੇਈ ਜਾਣਾ, ਦਾੜੇ 'ਤੇ ਹੱਥ ਫੇਰੀ ਜਾਣਾ। ਹੰਕਾਰੀ ਲੋਕਾਂ ਦੀ ਤਾਂ ਨਜ਼ਰ ਹੀ ਬਦਲ ਜਾਂਦੀ ਆ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਤੇ ਇਹ ਵਿਚਾਰੇ ਨੇ ਕੀ ਕਰਨਾ। ਰੱਬ ਜੀ ਸਭ ਵੇਖਦੇ, ਪਰਮਾਤਮਾ ਜੀ, ਉਹਨਾਂ ਤੈਨੂੰ ਅੱਗ ਵਿੱਚ ਸਾੜਨਗੇ। ਕ੍ਰੋਧ ਦੀ, ਵਿਕਾਰਾਂ ਦੀ ਅੱਗ ਵਿੱਚ ਤੂੰ ਆਪੇ ਹੀ ਸੜ ਜਾਵੇਂਗਾ, ਪਛਤਾਏਂਗਾ। ਪਾਪੀ ਕਰਮ ਕਮਾਵਦੇ, ਕਰਦੇ ਹਾਏ ਹਾਏ। ਨਾਨਕ ਜਿਉ ਮਥਨ ਮਾਧਾਣੀਆਂ, ਤਿਉ ਮਥੈ ਧਰਮ ਰਾਏ। ਇਤਿਹਾਸ ਇਹੋ ਜਿਹੀਆਂ ਸਾਖੀਆਂ ਨਾਲ ਭਰਿਆ ਪਿਆ, ਕਈ ਸਾਖੀਆਂ ਇਤਿਹਾਸ 'ਚ, ਤੇ ਕਈ ਇੰਸੀਡੈਂਟ ਆਪਣੀਆਂ ਅੱਖਾਂ ਦੇ ਸਾਹਮਣੇ ਵਾਪਰਦੇ ਆ, ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਅਖਵਾਉਂਦੇ ਸੀ। ਰੱਬ ਜੀ ਜਦੋਂ ਤਾਕਤ ਖੋਹ ਲੈਂਦੇ ਬਿਲਕੁਲ, ਫਿਰ ਉਹ ਨਿਮਾਣੇ ਨਿਤਾਣੇ ਜਿਹੇ ਹੋ ਜਾਂਦੇ। ਰਹੋ ਵਿਚਾਰ। ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ। ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਹੁਣ ਫਿਰ ਪ੍ਰਾਣੀ ਕੀ ਕਰੂਗਾ। ਮਾਥੇ ਪੀਰ, ਸਿਰ ਦਰਦ, ਮਾਥੇ ਪੀਰ, ਸਰੀਰ ਜਲਨ ਹੈ, ਸਰੀਰ ਵਿੱਚ ਜਲਨ ਆ। ਮਾਥੇ ਪੀਰ, ਸਰੀਰ ਜਲਨ ਹੈ, ਕਰਕ ਕਰੇ ਜੇ ਮਾਹੀ। ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਦਰਦਾਂ ਪੈਦਾ ਹੁੰਦੀਆਂ, ਇਹੋ ਜਿਹੇ ਰੋਗ ਲੱਗ ਜਾਂਦੇ। ਐਸੀ ਬੇਦਨ ਉਪਜ, ਭਈ ਵਾਹ ਕੋ ਔਖਦ ਨਾਹੀ। ਇਸ ਤਰ੍ਹਾਂ ਦੇ ਬਚਨ ਨੇ। ਭਗਤ ਸਾਹਿਬ ਜੀ ਬਚਨ ਕਰਦੇ ਪਏ, ਇਹੋ ਜਿਹੇ ਰੋਗ ਲੱਗ ਗਏ, ਹੁਣ ਇਹਦਾ ਕੋਈ ਇਲਾਜ ਨਹੀਂ ਹੈ। ਸਤਿਗੁਰੂ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਮੈਂ ਹੁਣ ਬਜ਼ੁਰਗ ਹੋ ਗਿਆ, ਮੇਰੀ ਉਮਰ ਮਹਾਰਾਜ ਜੀ ਵੱਡੀ ਹੋ ਗਈ ਆ, ਆਪ ਜੀ ਹੁਣ ਕਿਰਪਾ ਕਰੋ। ਇਹ ਅਬ ਛੂਟਹਿ ਬਚਨ ਨਿਜ ਕਰੀਏ, ਜਗ ਸਾਗਰ ਤੇ ਮੋਹਿ ਉਧਰੀਏ। ਆਪ ਬਚਨ ਕਰ ਦੇਵੋ ਤਾਂ ਕਿ ਇਹ ਮੇਰਾ ਸਰੀਰ ਹੁਣ ਛੁੱਟ ਜਾਵੇ। ਮਹਾਰਾਜ ਆਪ ਜੀ ਨੇ ਬਹੁਤ ਸੇਵਾ ਲਈ, ਬੜੀ ਕਿਰਪਾ ਕੀਤੀ ਆ। ਹੁਣ ਕਰੋ ਕਿਰਪਾ ਵੀ ਸੁਖੀ ਸਾਂਦੀ ਚੱਲਦਾ ਫਿਰਦਾ ਸਰੀਰ, ਇਹਦੇ ਵਿੱਚੋਂ ਮੈਂ ਨਿਕਲ ਜਾਵਾਂ, ਹੁਣ ਛੁੱਟ ਜਾਵੇ ਸਰੀਰ। ਮੈਂ ਛੱਡ ਦੇਣਾ ਚਾਹੁੰਦਾ, ਜੀਰਨ ਹੋ ਗਿਆ, ਪੁਰਾਣਾ ਹੋ ਗਿਆ। ਜਿਵੇਂ ਕੋਈ ਕੱਪੜਾ ਪੁਰਾਣਾ ਹੋ ਜਾਵੇ ਤਾਂ ਬਦਲ ਨਹੀਂ ਦੇਈਦਾ। ਸੱਚੇ ਪਾਤਸ਼ਾਹ ਜੀ ਬਦਲ ਦੇਈਏ ਹੁਣ। ਇਸ ਭਵ ਸਾਗਰ ਤੋਂ ਮੇਰਾ ਪਾਰ ਉਤਾਰਾ ਕਰ ਦੇਵੋ। ਸ਼੍ਰੀ ਅੰਗਦ ਸੁਣ ਕੇ ਮੁਸਕਾਨੇ, ਕਿਉਂ ਅਸ ਆਪ ਉਤਾਇਲ ਠਾਨੇ। ਗੁਰੂ ਅੰਗਦ ਦੇਵ ਜੀ ਸੁਣ ਕੇ ਮੁਸਕਰਾਏ ਤੇ ਕਿਹਾ, ਬਾਲੇ ਤੂੰ ਕਿਉਂ ਇਸ ਤਰ੍ਹਾਂ ਉਤਾਵਲਾ ਹੋ ਰਿਹਾ ਹੈ, ਇੰਨੀ ਕਾਹਲੀ ਕਾਹਦੀ ਹੈ। ਅਬ ਦਵੈ ਮਾਸ ਬੈਸ ਹੈ ਤੇਰੀ, ਪੁਨ ਸਰੀਰ ਹੋਇ ਭਸਮ ਸੋ ਢੇਰੀ। ਤੇਰੀ 2 ਮਹੀਨੇ ਅਜੇ ਉਮਰ ਬਾਕੀ ਹੈ, ਫਿਰ ਤੇਰੇ ਸਰੀਰ ਨੇ ਸਵਾਦ ਦੀ ਢੇਰੀ ਹੋ ਜਾਣਾ ਹੈ। ਗੁਰੂ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ, ਤਬ ਲਗ ਹਮ ਢਿਗ ਰੋ ਹਿਤ ਸਾਥਾ, ਪਰਚੋ ਸੁਨੋ ਕਰੋ ਗੁਰ ਗਾਥਾ। ਇਸ ਲਈ ਤੁਸੀਂ ਉਤਨਾ ਚਿਰ ਮੇਰੇ ਨਾਲ ਪ੍ਰੇਮ ਸਹਿਤ ਰਹੋ, ਗੁਰੂ ਜੀ ਦੀ ਕਥਾ ਸੁਣੋ, ਕਥਾ ਕਰੋ, ਮਨ ਪਰਚਾਉਂਦੇ ਰਹੋ, ਕਿਤੇ ਨਹੀਂ ਜਾਣਾ ਹੈ। ਭਾਈ ਬਾਲਾ ਜੀ ਸਾਡੇ ਕੋਲ ਹੀ ਰਹੋ, ਸਾਨੂੰ ਗੁਰੂ ਸਾਹਿਬ ਜੀ ਦੀਆਂ ਕਥਾ ਵਿਚਾਰਾਂ ਸੁਣਾਓ। ਸੁਣ ਕੇ ਹਰਖਤ ਹੋਵੇ ਕਰ ਬਾਲਾ, ਰਹਿਓ ਸਮੀਪ ਸੁਖਦ ਤੇ ਕਾਲਾ। ਬਾਲਾ ਗੁਰੂ ਜੀ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਸੀ ਤੇ ਉਹ ਉਸ ਵੇਲੇ ਸੁੱਖ ਦਾਤੇ ਗੁਰੂ ਅੰਗਦ ਜੀ ਪਾਸ ਉੱਥੇ ਹੀ
ਖਡੂਰ ਸਾਹਿਬ ਰਹਿ ਪਿਆ ਸੀ। ਕਹੇ ਸੁਨੇ ਗੁਰ ਕੇ ਗੁਣ ਔਰੀ, ਦੋਏ ਮਾਸ ਜਬ ਬਿਤੇ ਬਹੋਰੀ। ਉਹ ਉੱਥੇ ਹੋਰਨਾਂ ਦੂਸਰਿਆਂ ਨੂੰ ਗੁਰੂ ਜੀ ਦੇ ਗੁਣਾਂ ਬਾਰੇ ਦੱਸਦਾ ਅਤੇ ਉਹਨਾਂ ਨੂੰ ਸੁਣਦਾ। ਅਤੇ ਜਦੋਂ 2 ਮਹੀਨੇ ਬੀਤ ਗਏ, ਪਰਾ ਲਬਦ ਭੋਗੀ ਨਿਜ ਜਬ ਹੀ, ਆਇਓ ਸਮਾਂ ਤਨ ਬਿਨਸਨ ਤਬ ਹੀ। ਅਤੇ ਜਦ ਉਸ ਨੇ ਆਪਣੀ ਪਰਾਲਬਧ ਪੂਰਲੇ ਕਰਮਾਂ ਦੀ ਕੀਤੀ ਕਮਾਈ ਭੋਗ ਲਈ ਅਤੇ ਉਸ ਦੇ ਸਰੀਰ ਤਿਆਗਣ ਦਾ ਸਮਾਂ ਆ ਗਿਆ। ਸ਼੍ਰੀ ਅੰਗਦ ਕੋ ਕਰਕੇ ਬੰਧਨ, ਬਹੁਰ ਧਿਆਨ ਧਰ ਦੋਖ ਨਿਕੰਦਨ। ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਕਰਕੇ ਦੁੱਖਾਂ ਦੇ ਨਾਸ਼ ਕਰਨੇ ਹਾਰੇ ਗੁਰੂ ਜੀ ਦਾ ਧਿਆਨ ਧਰਿਆ ਸੀ। ਧਰਨੀ ਕੋ ਪੁਨੀਤ ਕਰਵਾਏ, ਪੌੜਿਓ ਸ਼੍ਰੀ ਨਾਨਕ ਉਰ ਧਿਆਏ। ਧਰਤੀ ਨੂੰ ਪਵਿੱਤਰ ਕਰਵਾ ਕੇ ਉਹ ਗੁਰੂ ਨਾਨਕ ਦੇਵ ਜੀ ਨੂੰ ਮਨ ਵਿੱਚ ਧਿਆ ਕੇ ਧਰਤੀ 'ਤੇ ਲੰਮਾ ਪੈ ਗਿਆ ਸੀ। ਤਨਕ ਬਿਖੈ ਨਿਜ ਤਨ ਕੋ ਤਿਆਗੀ, ਪਹੁੰਚਿਓ ਪਰਮ ਪਦੰ ਬਡ ਭਾਗੀ। ਉਸ ਦੀ ਜੀਵ ਆਤਮਾ ਪਲਾਂ ਵਿੱਚ ਹੀ ਆਪਣੇ ਸਰੀਰ ਨੂੰ ਛੱਡ ਕੇ ਉਡਾਰੀ ਮਾਰ ਗਈ ਸੀ। ਵੱਡੇ ਭਾਗਾਂ ਵਾਲਾ ਸੱਚਖੰਡ ਜਾ ਪਹੁੰਚਿਆ ਸੀ। ਸ਼੍ਰੀ ਅੰਗਦ ਮਹਿ ਜੋਤ ਸਮਾਨੀ, ਜਿਉਂ ਪਾਣੀ ਮਹਿ ਮਿਲ ਹੈ ਪਾਣੀ। ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਹੋ ਜਾਂਦਾ ਹੈ, ਉਸ ਦੀ ਜੋਤ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਵਿੱਚ ਸਮਾ ਗਈ। ਤੇ ਸ਼ਿਨ ਸ਼੍ਰੀ ਤੇ ਹਨ ਕੁਲ ਰਾਈ, ਕਹਿ ਕੇ ਭਲੀ ਚਿਤਾ ਕਰਵਾਈ। ਉਸ ਵੇਲੇ 53 ਕੁਲ ਦੇ ਰਾਜਾ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਮੁੱਖੋਂ ਕਹਿ ਕੇ ਚੰਗੀ ਤਰ੍ਹਾਂ ਨਾਲ ਚਿਖਾ ਤਿਆਰ ਕਰਵਾਈ ਸੀ। ਸਿੱਖਨ ਤੇ ਤਨ ਕੋ ਉਚਵਾਏ, ਰਾਖਿਓ ਉੱਪਰ ਤਾਹੇ ਬਣਾਏ। ਫਿਰ ਆਪਣੇ ਸਿੱਖਾਂ ਕੋਲੋਂ ਬਾਲੇ ਦੀ ਦੇਹ ਨੂੰ ਚੁਕਵਾ ਕੇ ਬਣਾਈ ਹੋਈ ਚਿਖਾ ਉੱਪਰ ਰਖਵਾ ਦਿੱਤਾ ਸੀ। ਬਹੁਰੋ ਆਪ ਨਿਕਟ ਚੱਲ ਆਏ, ਤ੍ਰਿਨ ਅਗਨੀ ਕੋ ਹਾਥ ਉਚਾਏ। ਫਿਰ ਉਹ ਆਪ ਚਿਖਾ ਦੇ ਪਾਸ ਆ ਗਏ ਸਨ। ਉਹਨਾਂ ਆਪਣੇ ਹੱਥੀਂ ਅਗਨੀ ਵਾਲੇ ਕੱਖ ਚੁੱਕੇ। ਤਬ ਸਿੱਖ ਬਰਜ ਰਹੇ ਬਹੁ ਬਾਰੀ, ਨਿਜ ਕਰ ਸੰਗ ਦਾਹ ਦੇ ਜਾਰੀ। ਤਾਂ ਸਿੱਖ ਵਾਰ-ਵਾਰ ਰੋਕਦੇ ਰਹੇ, ਤੁਸੀਂ ਅਗਨੀ ਆਪਣੇ ਹੱਥੀਂ ਨਾ ਦੇਵੋ, ਅਸੀਂ ਜਲਾ ਦਿੰਦੇ ਹਾਂ ਮਹਾਰਾਜ, ਅਸੀਂ ਕਰ ਦਿੰਦੇ ਹਾਂ ਸੇਵਾ ਸੰਸਕਾਰ ਦੀ। ਪਰ ਗੁਰੂ ਜੀ ਨੇ ਬਾਲਾ ਜੀ ਦੀ ਦੇਹ ਨੂੰ ਆਪਣੇ ਹੱਥੀਂ ਅਗਨੀ ਦੇ ਕੇ ਸੰਸਕਾਰ ਕੀਤਾ। ਜੇ ਸਤਿਗੁਰ ਕੋ ਸੇਵਕ ਪਿਆਰੇ, ਅਪਰ ਨ ਕਿਛ ਗਣਤੀ ਔਰ ਧਾਰੇ। ਬਾਲਾ ਜੀ ਸਤਿਗੁਰੂ ਨਾਨਕ ਜੀ ਦਾ ਸਭ ਤੋਂ ਪਿਆਰਾ ਸੇਵਕ ਸੀ। ਉਹਨਾਂ ਨੇ ਹੋਰ ਤਾਂ ਕਿਸੇ ਨੂੰ ਗਿਣਤੀ ਵਿੱਚ ਆਪਣੇ ਹਿਰਦੇ ਵਿੱਚ ਧਾਰਨ ਹੀ ਨਹੀਂ ਸੀ ਕੀਤਾ। ਬੈਸੇ ਬਹੁਰ ਸਰਬ ਸਿੱਖ ਮਾਹੀ, ਬਾਲੇ ਕੀ ਉਸਤਤ ਬਹੁ ਪ੍ਰਾਹੀ। ਸ਼੍ਰੀ ਅੰਗਦ ਜੀ ਬਾਅਦ ਵਿੱਚ ਸਾਰੀ ਸੰਗਤ ਵਿੱਚ ਜਾ ਬੈਠੇ ਸਨ। ਉਹਨਾਂ ਬਾਲਾ ਜੀ ਦੀ ਉਸਤਤੀ ਵਿੱਚ ਬੇਅੰਤ ਪ੍ਰਵਚਨ ਕੀਤੇ। ਧੰਨ ਧੰਨ ਸਭ ਹੀ ਨਰ ਕਰਹੀ, ਸ਼੍ਰੀ ਨਾਨਕ ਹਿਤਕਾਰੀ ਅਹੀ। ਤਾਂ ਗੁਰੂ ਜੀ ਨੂੰ ਸੁਣ ਕੇ ਸਾਰੇ ਲੋਕੀ ਬਾਲਾ ਜੀ ਧੰਨ ਸਨ, ਬਾਲਾ ਜੀ ਧੰਨ ਸਨ, ਇਸ ਤਰ੍ਹਾਂ ਕਹਿ ਰਹੇ ਸਨ। ਗੁਰੂ ਨਾਨਕ ਜੀ ਦੇ ਸੱਚੇ ਪ੍ਰੇਮੀ ਸਨ, ਇਸ ਤਰ੍ਹਾਂ ਉਚਾਰਨ ਕਰ ਰਹੇ ਸਨ, ਲੋਕ ਸ਼ੋਭਾ ਕਰ ਰਹੇ ਸਨ। ਤੋ ਭਾਈ ਬਾਲਾ ਜੀ ਸਾਧ ਸੰਗਤ ਜੀ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਤਹਿਸੀਲ ਖਡੂਰ ਸਾਹਿਬ ਦੇ ਵਿੱਚ, ਜਿਹੜਾ ਖਡੂਰ ਸਾਹਿਬ ਵਿਖੇ ਗੁਰਦੁਆਰਾ ਤਪਿਆਣਾ ਸਾਹਿਬ ਹੈ ਸਰੋਵਰ ਦੇ ਕੰਢੇ 'ਤੇ, ਉੱਥੇ ਭਾਈ ਬਾਲਾ ਜੀ ਕਾਲ ਚਲਾਣਾ ਕਰ ਗਏ ਸਨ। ਉੱਥੇ ਉਹਨਾਂ ਦੀ ਯਾਦ ਵੀ ਬਣੀ ਹੋਈ ਆ ਅਤੇ ਬੱਚਿਆਂ ਨੂੰ ਉੱਚੀ ਵਿੱਦਿਆ ਦੇਣ ਵਾਸਤੇ ਉਹਨਾਂ ਦੀ ਯਾਦ ਵਿੱਚ ਉੱਥੇ ਇੱਕ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ,
ਉਹਨਾਂ ਨੇ ਇੱਕ ਹੋਸਟਲ ਵੀ ਬਣਾਇਆ ਹੋਇਆ ਭਾਈ ਬਾਲਾ ਜੀ ਦੀ ਯਾਦ ਵਿੱਚ। ਉੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਆਰੇ ਭਾਈ ਬਾਲਾ ਜੀ ਅਕਾਲ ਚਲਾਣਾ ਕਰ ਗਏ ਸਨ। ਇੱਥੇ ਹੀ ਸਾਧ ਸੰਗਤ ਜੀ ਇਸ ਅਧਿਆਏ ਦੀ ਸਮਾਪਤੀ ਹੈ। ਇਸ ਤੋਂ ਅਗਲੀ ਕਥਾ ਵਿਚਾਰ ਆਪ ਸੰਗਤ ਆਉਣ ਵਾਲੇ ਸਮੇਂ ਵਿੱਚ ਸਰਵਣ ਕਰੋਗੇ। ਆਓ ਗੁਰਮੁਖ ਪਿਆਰਿਆਂ ਕੋਲੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।